ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰੇ ਵੀਰਾਂ ਭੈਣਾਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਵਡਹੰਸ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 17 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 18ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਸਭ ਤੋਂ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ਲੋਕ ਮਹਿਲਾ ਤੀਜਾ। ਜਗਤ ਅਗਿਆਨੀ ਅੰਧ ਹੈ, ਦੂਜੈ ਭਾਏ ਕਰਮ ਕਮਾਏ। ਦੂਜੈ ਭਾਏ ਜੇਤੇ ਕਰਮ ਕਰੇ, ਦੁੱਖ ਲੱਗੈ ਤਨ ਤਾਏ। ਗੁਰਦੇਵ ਪਾਤਸ਼ਾਹ ਜੀ ਸਾਨੂੰ ਸਾਡੇ ਦੁੱਖਾਂ ਦਾ ਕਾਰਨ ਦੱਸ ਰਹੇ ਨੇ ਕਿ ਮਨੁੱਖੀ ਜ਼ਿੰਦਗੀ ਦੇ ਅੰਦਰ ਜੋ ਦੁੱਖ ਨੇ ਉਹਨਾਂ ਦਾ ਕਾਰਨ ਕੀ ਹੈ। ਜੇ ਉਹਨਾਂ ਕਾਰਨਾਂ ਨੂੰ ਦੂਰ ਕੀਤਾ ਜਾ ਸਕੇ ਤਾਂ ਦੁੱਖ ਜਿਹੜੇ ਨੇ ਉਹ ਦੂਰ ਹੋ ਸਕਦੇ ਨੇ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਜਗਤ ਅਗਿਆਨੀ ਅੰਧ ਹੈ, ਦੂਜੈ ਭਾਏ ਕਰਮ ਕਮਾਏ। ਅਗਿਆਨੀ ਅੰਧ ਦਾ ਮਤਲਬ ਬੇਸਮਝ, ਬੇਖਬਰ, ਜਿਹਨੂੰ ਜਾਣਕਾਰੀ ਨਹੀਂ ਹੈ, ਸਮਝ ਨਹੀਂ ਹੈ। ਸੰਸਾਰ ਅੰਨਾ ਤੇ ਅਗਿਆਨੀ ਹੈ। ਕੌਣ ਅੰਨਾ ਤੇ ਅਗਿਆਨੀ ਹੈ? ਦੂਜੇ ਭਾਏ ਕਰਮ ਕਮਾਏ, ਜੋ ਮਾਇਆ ਦੇ ਮੋਹ ਦੇ ਵਿੱਚ ਕੰਮ ਕਰ ਰਿਹਾ ਹੈ। ਦੂਜੇ ਭਾਏ ਦਾ ਮਤਲਬ ਇੱਕ ਰੱਬ ਨੂੰ ਛੱਡ ਕੇ, ਸੱਚ ਨੂੰ ਛੱਡ ਕੇ ਦ્વੈਤ ਵਾਲੇ ਕਰਮ ਕਰਨੇ, ਮੇਰ ਤੇਰ ਦੇ ਕਰਮ ਕਰਨੇ, ਇਹ ਅਗਿਆਨਤਾ ਹੈ। ਤੇ ਜੋ ਇਸ ਅਗਿਆਨਤਾ ਵਾਲੇ ਕਰਮ ਕਰਦਾ ਹੈ ਉਹ ਇਨਸਾਨ ਨੂੰ ਗੁਰੂ ਪਾਤਸ਼ਾਹ ਜੀ ਭੁੱਲਿਆ ਭਟਕਿਆ ਕਹਿ ਰਹੇ ਨੇ। ਔਰ ਆਪਣਾ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਸਾਨੂੰ ਸੋਚ ਲੈਣਾ ਚਾਹੀਦਾ ਹੈ ਕਿ ਇਸ ਕਰਮ ਦਾ ਰਿਜ਼ਲਟ ਕੀ ਹੋਏਗਾ, ਨਤੀਜਾ ਇਸ ਦਾ ਕੀ ਹੋਏਗਾ। ਉਸੇ ਨੂੰ ਅਗਿਆਨੀ, ਉਸੇ ਨੂੰ ਕਮਲਾ ਕਹਿੰਦੇ ਨੇ ਜੋ ਇਨਸਾਨ ਕੀਤੇ ਜਾ ਰਹੇ ਕਰਮ ਦਾ ਰਿਜ਼ਲਟ ਨਹੀਂ ਵਿਚਾਰਦਾ। ਤਾਂ ਇੱਕ ਸੱਚ ਨੂੰ ਛੱਡ ਕੇ, ਪ੍ਰਭੂ ਨੂੰ ਛੱਡ ਕੇ, ਰੱਬੀ ਰਜ਼ਾ ਨੂੰ ਛੱਡ ਕੇ ਜੋ ਮੇਰ ਤੇਰ ਦੇ ਵਿਤਕਰਿਆਂ ਵਾਲੇ ਕਰਮ ਕਰਦਾ ਹੈ, ਜਿੰਨੇ ਵੀ ਆ ਕਰਮ ਕਾਂਡ ਨੇ ਜਾਂ ਪਾਪ ਵਿਕਾਰ ਨੇ, ਤਾਂ ਉਹਨਾਂ ਦਾ ਰਿਜ਼ਲਟ ਕੀ ਨਿਕਲਦਾ ਹੈ? ਦੂਜੇ ਭਾਏ ਜੇਤੇ ਕਰਮ ਕਰੇ। ਦੂਜੇ ਭਾਏ ਦਾ ਮਤਲਬ ਮਾਇਆ ਦਾ ਪਿਆਰ। ਮਾਇਆ ਦਾ ਮਤਲਬ ਸਾਡੀ ਉਹ ਸੋਚ ਜੋ ਸਾਨੂੰ ਰੱਬ ਨਾਲੋਂ ਵਿਛੋੜਦੀ ਹੈ, ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਨਹੀਂ ਕਰਨ ਦਿੰਦੀ। ਸਾਡੀ ਉਹ ਸੋਚ ਜਿਸ ਕਰਕੇ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਹੁੰਦੀ ਹੈ, ਮੋਹ ਪੈਦਾ ਹੁੰਦਾ ਹੈ, ਔਰ ਜਿਸ ਕਰਕੇ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਹੁੰਦੇ ਨੇ ਆਪਣੇ ਪਰਾਏ ਦੇ, ਉਹ ਸੋਚ ਮਾਇਆ ਹੈ। ਤੇ ਇਸ ਸੋਚ ਕਰਕੇ ਜਿੰਨੇ ਵੀ ਬੰਦਾ ਕਰਮ ਕਰਦਾ ਹੈ ਨਾ, ਦੁੱਖ ਲੱਗੈ ਤਨ ਤਾਏ। ਤਾਏ ਦਾ ਮਤਲਬ ਦੌੜ ਕੇ ਜਲਦੀ, ਤਨ ਮਤਲਬ ਸਰੀਰ ਵਿੱਚ, ਤਾਂ ਉਹਦੇ ਸਰੀਰ ਨੂੰ ਦੁੱਖ ਧਾ ਕੇ ਲੱਗਦਾ ਹੈ। ਧਾ ਕੇ ਦਾ ਮਤਲਬ ਖਾਸ ਤੌਰ ਤੇ ਉਸ ਮਨੁੱਖ ਦੇ ਜੀਵਨ ਦੇ ਅੰਦਰ ਦੁੱਖ ਪੈਦਾ ਹੋ ਜਾਂਦੇ ਨੇ ਜੋ ਐਸੀ ਸੋਚ ਦੇ ਨਾਲ ਜਿੰਨੇ ਵੀ ਕੰਮ ਕਰਦਾ, ਕੋਈ ਵੀ ਕੰਮ ਕਰੇ। ਕਿਉਂਕਿ ਸਾਡੇ ਹਰ ਕਰਮ ਦਾ ਬੇਸ ਸਾਡੀ ਸੋਚ ਹੈ। ਜੇ ਤਾਂ ਸੋਚ ਸਾਫ਼ ਸੁਥਰੀ ਹੈ, ਸੱਚੀ ਸੋਚ ਦੇ ਨਾਲ, ਪਰਉਪਕਾਰੀ ਭਾਵਨਾ ਦੇ ਨਾਲ, ਨਿਸਵਾਰਥ ਭਾਵਨਾ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ, ਤਾਂ ਉਸ ਕੰਮ ਦੇ ਅੰਦਰੋਂ ਸੁੱਖ ਪੈਦਾ ਹੋਏਗਾ। ਤੇ ਜੇ ਸੋਚ ਮਾੜੀ ਹੈ, ਈਰਖਾ, ਦ્વੈਸ਼, ਵੈਰ, ਵਿਰੋਧ, ਮੇਰ ਤੇਰ ਵਾਲੀ ਹੈ, ਤਾਂ ਜਿਹੜਾ ਵੀ ਬੰਦਾ ਕੰਮ ਕਰੇਗਾ ਦੁੱਖ ਲੱਗੇਗਾ। ਕਿਉਂਕਿ ਦੁੱਖ ਤੇ ਸੋਚ ਕਰਕੇ, ਮਾੜੀ ਸੋਚ ਕਰਕੇ ਕਰਮ ਜਿਹੜਾ ਵੀ ਕਰੇਗਾ ਉਹ ਮਾੜਾ ਕਰੇਗਾ। ਬੋਲ ਜਿਹੜੇ ਬੋਲੇਗਾ ਈਰਖਾ ਦ્વੈਸ਼ ਵਾਲੇ ਬੋਲੇਗਾ। ਮਾੜੀ ਸੋਚ ਕਰਕੇ ਉਹਦੀ ਤੱਕਣੀ ਮਾੜੀ ਹੋਏਗੀ, ਉਹਦਾ ਬਿਹੇਵੀਅਰ ਮਾੜਾ ਹੋਏਗਾ। ਤੇ ਮਾੜੀ ਸੋਚ ਦੇ ਨਾਲ ਕੀਤਾ ਹੋਇਆ ਹਰ ਕੰਮ ਮਾੜਾ ਹੋਏਗਾ। ਤੇ ਮਾੜੇ ਕੰਮ ਦੇ ਵਿੱਚੋਂ ਬੰਦੇ ਦੇ ਜੀਵਨ ਦੇ ਅੰਦਰ ਦੁੱਖ ਪੈਦਾ ਹੋਏਗਾ। ਚਾਹੇ ਉਹ ਵਰਤਨ ਰਾਤੇ ਕਰੇ, ਚਾਹੇ ਉਹ ਧਾਰਮਿਕ ਮਿੱਥੇ ਹੋਏ ਕਰਮ ਕਰੇ, ਤੀਰਥ ਇਸ਼ਨਾਨ ਆਦਿ ਕਰੇ, ਜਾਂ ਹੋਰ ਦੁਨਿਆਵੀ ਕੰਮ ਕਰੇ, ਜੇ ਸੋਚ ਮਾੜੀ ਹੈ ਤਾਂ ਉਹਦੇ ਜੀਵਨ ਦੇ ਅੰਦਰ ਦੁੱਖ ਪੈਦਾ ਹੋ ਜਾਣਗੇ। ਤਾਂ ਸਾਡੇ ਦੁੱਖਾਂ ਦਾ ਕਾਰਨ ਗੁਰੂ ਪਾਤਸ਼ਾਹ ਜੀ ਦੱਸਦੇ ਨੇ, ਦ્વੈਤ ਭਾਵ ਦੇ ਕਰਮ, ਸੱਚ ਨੂੰ ਛੱਡ ਕੇ ਰੱਬੀ ਰਜ਼ਾ ਤੋਂ ਉਲਟ ਕਰਮ ਕਰਨੇ। ਇਹ ਅਗਿਆਨਤਾ ਹੈ, ਔਰ ਇਹ ਅਗਿਆਨਤਾ ਹੀ ਸਾਡੇ ਦੁੱਖਾਂ ਦਾ ਕਾਰਨ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹਨਾਂ ਕਰਮਾਂ ਤੋਂ, ਦੁੱਖਾਂ ਤੋਂ ਬਚੀਏ ਕਿਵੇਂ? ਤਾਂ ਗੁਰੂ ਜੀ ਸਾਨੂੰ ਬਚਨ ਦਾ ਸਾਧਨ ਦੱਸ ਰਹੇ ਨੇ। ਗੁਰ ਪ੍ਰਸਾਦੀ ਸੁਖ ਉਪਜੈ, ਜਾਂ ਗੁਰ ਕਾ ਸ਼ਬਦ ਕਮਾਏ।
ਜਾਂ ਦਾ ਮਤਲਬ ਜਦੋਂ, ਜੇਕਰ। ਗੁਰ ਕਾ ਸ਼ਬਦ ਦਾ ਮਤਲਬ ਗੁਰੂ ਦਾ ਉਪਦੇਸ਼। ਕਮਾਏ ਦਾ ਮਤਲਬ ਕਮਾਈ ਕਰੇ, ਮਤਲਬ ਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇ, ਗੁਰੂ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲਵੇ। ਤਾਂ ਜੇ ਕੋਈ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਮੁਤਾਬਕ ਜੋ ਜ਼ਿੰਦਗੀ ਜੀਵੇ, ਤਾਂ ਗੁਰੂ ਦੀ ਕਿਰਪਾ ਨਾਲ ਉਹਦੀ ਜ਼ਿੰਦਗੀ ਅੰਦਰ ਸੁੱਖ ਪੈਦਾ ਹੋ ਜਾਂਦਾ ਹੈ। ਗੁਰੂ ਦੀ ਰਹਿਮਤ ਨਾਲ ਸੁੱਖ ਪੈਦਾ ਹੁੰਦਾ ਹੈ ਜਦੋਂ ਕੋਈ ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਜੀਂਦਾ ਹੈ। ਤਾਂ ਇਸ ਦਾ ਭਾਵ ਇਹ ਹੋਇਆ ਕਿ ਜੇਕਰ ਸਾਡੀ ਜ਼ਿੰਦਗੀ ਵਿੱਚ ਦੁੱਖ ਔਰ ਅਸ਼ਾਂਤੀ ਹੈ ਮਾੜੇ ਕਰਮਾਂ ਕਰਕੇ, ਜਾਣੇ ਅਣਜਾਣੇ ਜੇ ਕੋਈ ਬੰਦਾ ਐਸਾ ਕੁਝ ਕਰ ਬੈਠਾ ਹੈ ਆਪਣੇ ਜੀਵਨ ਨੂੰ ਦੁਖੀ, ਤਾਂ ਉਸ ਜੀਵਨ ਦੇ ਵਿੱਚੋਂ ਉਭਰਨ ਦਾ, ਬਚਨ ਦਾ ਸਾਧਨ ਹੈ ਕਿ ਉਹ ਗੁਰੂ ਦੇ ਉਪਦੇਸ਼ ਦੀ ਕਮਾਈ ਕਰੇ। ਮੀਨਸ ਕਿ ਗੁਰਬਾਣੀ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਵੇ, ਗੁਰੂ ਦੇ ਗਿਆਨ ਮੁਤਾਬਕ ਜੀਵਨ ਜੀਵੇ, ਗੁਰੂ ਦੇ ਦਿੱਤੇ ਗੁਣਾਂ ਨੂੰ ਇੰਪਲੀਮੈਂਟ ਕਰੇ, ਗੁਰੂ ਦੇ ਉਪਦੇਸ਼ ਮੁਤਾਬਕ ਜੀਵੇ, ਤਾਂ ਗੁਰੂ ਦੀ ਕਿਰਪਾ ਨਾਲ ਉਹਦੀ ਜ਼ਿੰਦਗੀ ਵਿੱਚ ਵੀ ਸੁੱਖ ਪੈਦਾ ਹੋ ਜਾਏਗਾ। ਸੱਚੀ ਬਾਣੀ ਕਰਮ ਕਰੇ, ਅਨਦਿਨ ਨਾਮ ਧਿਆਏ। ਸੱਚੀ ਬਾਣੀ ਕਰਮ ਕਰੇ ਦਾ ਮਤਲਬ ਸੱਚੀ ਬਾਣੀ ਦੀ ਰਾਹੀਂ ਕੰਮ ਕਰੇ। ਜਿੰਨੇ ਵੀ ਕੰਮ ਨੇ ਨਾ ਸਾਡੇ, ਉਹ ਸੱਚੀ ਬਾਣੀ ਦੇ ਮੁਤਾਬਕ ਹੋਣੇ ਚਾਹੀਦੇ ਨੇ, ਰੱਬ ਦੀ ਸਿਫਤ ਸਲਾਹ ਦੇ ਮੁਤਾਬਕ ਹੋਣੇ ਚਾਹੀਦੇ ਨੇ, ਗੁਰੂ ਦੀ ਸੱਚੀ ਸਿੱਖਿਆ ਮੁਤਾਬਕ ਹੋਣੇ ਚਾਹੀਦੇ ਨੇ। ਜਿੰਨੇ ਵੀ ਕਰਮ ਨੇ, 6 ਕਰਮ ਤੇ ਅਸੀਂ ਰੋਜ਼ ਗਿਣੀ ਰਹੇ ਨਾ, ਅੱਖਾਂ ਕੰਨਾਂ ਨੱਕਾਂ ਵਾਲੇ। ਜਿੰਨਾ ਵੀ ਸਾਡਾ ਬਿਹੇਵੀਅਰ ਹੈ, ਚਾਹੇ ਅਸੀਂ ਰਾਜਨੀਤੀ ਵਿੱਚ ਕੰਮ ਕਰ ਰਹੇ ਹਾਂ, ਸਮਾਜ ਵਿੱਚ ਹਾਂ, ਆਰਥਿਕ ਦੁਨੀਆ ਵਿੱਚ ਹਾਂ, ਧਾਰਮਿਕ ਦੁਨੀਆ ਵਿੱਚ ਹਾਂ, ਜਾਂ ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਜੀ ਰਹੇ ਹਾਂ, ਉਹ ਗੁਰਬਾਣੀ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ। ਗੁਰੂ ਦੇ ਗਿਆਨ ਮੁਤਾਬਕ ਬੰਦਾ ਜ਼ਿੰਦਗੀ ਜੀਵੇ। ਅਨਦਿਨ ਨਾਮ ਧਿਆਏ। ਧਿਆਏ ਦਾ ਮਤਲਬ ਧਿਆਨ ਵਿੱਚ ਰੱਖੇ। ਅਨਦਿਨ ਦਾ ਮਤਲਬ ਹਰ ਰੋਜ਼, ਭਾਵ ਹਰ ਸਮੇਂ। ਨਾਮ ਦਾ ਮਤਲਬ ਹੁਕਮ। ਰੱਬੀ ਹੁਕਮ ਨੂੰ ਹਮੇਸ਼ਾ ਧਿਆਨ ਵਿੱਚ ਰੱਖੇ। ਇਹ ਚੀਜ਼ ਉਹਦੇ ਧਿਆਨ ਵਿੱਚ ਰਹੇ ਕਿ ਮੈਂ ਰੱਬੀ ਹੁਕਮ ਨੂੰ ਫੋਲੋ ਕਰਨਾ ਹੈ, ਰੱਬੀ ਰਜ਼ਾ ਭਾਣੇ ਮੁਤਾਬਕ ਜ਼ਿੰਦਗੀ ਜੀਣੀ ਹੈ, ਔਰ ਗੁਰੂ ਦੀ ਪਾਵਨ ਬਾਣੀ ਮੁਤਾਬਕ ਮੈਂ ਆਪਣਾ ਹਰ ਕਰਮ ਕਰਨਾ ਹੈ। ਯਾਨੀ ਗੁਰੂ ਗਿਆਨ ਦੀ ਪ੍ਰਾਪਤੀ ਕਰਕੇ ਮੈਂ ਰੱਬੀ ਰਜ਼ਾ ਭਾਣੇ ਦੇ ਵਿੱਚ ਜੀਵਨ ਬਿਤਾਣਾ ਹੈ। ਐਵੇਂ ਦਾ ਜੀਵਨ ਮਨੁੱਖ ਬਣਾਏ। ਨਾਨਕ ਜਿਤ ਆਪੇ ਲਾਏ, ਤਿਤ ਲੱਗੇ, ਕਹਿਣਾ ਕਿਛੂ ਨਾ ਜਾਏ। ਹੇ ਨਾਨਕ, ਜਿੱਧਰ ਪ੍ਰਭੂ ਨੇ ਆਪ ਲਾਇਆ ਹੈ ਉਧਰ ਜੀਵ ਲੱਗਦੇ ਨੇ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਕਿਉਂਕਿ ਇੱਥੇ ਅਸੀਂ ਕਈ ਵਾਰ ਕਨਫਿਊਜ਼ ਹੋ ਜਾਂਦੇ ਹਾਂ ਕਿ ਰੱਬ ਨੇ ਲਾਇਆ ਹੈ ਮਾੜੇ ਕੰਮਾਂ 'ਚ, ਬਸ ਅਸੀਂ ਕੰਮ ਨਿਬੇੜ ਦਿਆਂਗੇ ਕਿ ਇਹਦਾ ਮਤਲਬ ਰੱਬ ਨੇ ਹੀ ਮਾੜੇ ਕੰਮਾਂ ਵਿੱਚ ਲਾਇਆ ਹੋਇਆ ਹੈ, ਰੱਬ ਨੇ ਹੀ ਕਿਸੇ ਨੂੰ ਚੰਗੇ ਕੰਮਾਂ ਵਿੱਚ ਲਾਇਆ ਹੋਇਆ ਹੈ। ਦੇਖੋ, ਰੱਬ ਸਾਨੂੰ ਮਾੜੇ ਕੰਮਾਂ 'ਚ ਕਿਉਂ ਲਾਏਗਾ? ਮਾੜੇ ਕੰਮਾਂ ਵਿੱਚ ਲਾ ਕੇ ਰੱਬ ਨੂੰ ਕੀ ਲਾਭ ਮਿਲੇਗਾ? ਕੋਈ ਮਾਂ ਪਿਓ ਐਸਾ ਹੈ ਕਿ ਜੇ ਉਸਦੇ 2 ਬੱਚੇ ਨੇ ਤੇ ਇੱਕ ਨੂੰ ਕਹੇ ਕਿ ਤੂੰ ਗੁਰਦੁਆਰੇ ਜਾਇਆ ਕਰ, ਪਾਠ ਕਰਿਆ ਕਰ, ਬਾਣੀ ਪੜਿਆ ਕਰ, ਤੇ ਦੂਜੇ ਨੂੰ ਕਹੇ ਤੂੰ ਜੂਆ ਖੇਲਿਆ ਕਰ, ਤੂੰ ਸ਼ਰਾਬ ਪੀਆ ਕਰ, ਤੂੰ ਚੋਰੀਆਂ ਕਰਿਆ ਕਰ, ਵਿਭਚਾਰ ਕਮਾਇਆ ਕਰ। ਕੋਈ ਮਾਂ-ਬਾਪ ਐਸਾ ਹੈ? ਕੋਈ ਮਾਂ-ਬਾਪ ਆਪਣੇ ਬੱਚੇ ਨੂੰ ਮਾੜੇ ਪਾਸੇ ਕਿਉਂ ਲਾਏਗਾ? ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਹਦੇ ਬੱਚੇ ਕਾਮਯਾਬ ਹੋਣ, ਉਹਦੇ ਬੱਚੇ ਚੰਗੇ ਬਣਨ, ਉਹਦੇ ਬੱਚੇ ਕੋਈ ਉਲਾਮਾ ਨਾ ਲਿਆਉਣ, ਉਹਦੇ ਬੱਚੇ ਸੁਖੀ ਰਹਿਣ, ਸ਼ਾਂਤ ਰਹਿਣ, ਚੰਗੇ ਇਨਸਾਨ ਹੋਣ। ਹਰ ਬੰਦਾ ਚਾਹੁੰਦਾ ਹੈ ਨਾ। ਤਾਂ ਰੱਬ ਵੀ ਸਾਡਾ ਮਾਂ ਪਿਓ ਹੈ, ਉਹ ਕਿਉਂ ਚਾਹੇਗਾ ਕਿ ਮੇਰੇ ਬੱਚੇ ਮਾੜੇ ਕਰਮ ਕਰਨ, ਪਾਪ ਕਮਾਣ, ਆਪਸ ਚ ਲੜਨ, ਚੋਰੀਆਂ ਠੱਗੀਆਂ ਕਰਨ? ਕਿਉਂ ਚਾਹੇਗਾ? ਹੁਣ ਜਿਤ ਆਪੇ ਲਾਏ ਤਿਤ ਲੱਗੇ ਦਾ ਮਤਲਬ ਹੈਗਾ ਕਿ ਰੱਬ ਦਾ ਹੁਕਮ ਹੈ, ਜਿੱਧਰ ਜਿੱਧਰ ਕਿਸੇ ਨੇ ਆਪਣੇ ਆਪ ਨੂੰ ਲਾਇਆ ਹੈ ਉਧਰ ਉਧਰ ਲੱਗ ਗਿਆ ਹੈ। ਰੱਬ ਦਾ ਹੁਕਮ ਹੈ ਨਾ, ਜਿਤ ਆਪੇ ਲਾਏ ਤਿਤ ਲੱਗੇ। ਰੱਬੀ ਹੁਕਮ ਦੇ ਅੰਦਰ ਜੀਵ ਕੰਮ ਕਰ ਰਹੇ ਨੇ, ਯਾਨੀ ਅਸੀਂ ਰੱਬ ਦੇ ਹੁਕਮ ਦੇ ਅੰਦਰ ਜਿੱਧਰ ਵੀ ਜਾਵਾਂਗੇ ਉਸ ਪਾਸੇ ਅਸੀਂ ਲੱਗ ਜਾਵਾਂਗੇ। ਇਹ ਨਿਯਮ ਹੈ ਇੱਕ। ਜੇ ਤੁਸੀਂ ਸੱਚ ਬੋਲਣਾ ਚਾਹੋਗੇ, ਸੱਚ ਬੋਲਦੇ ਹੋ, ਦਇਆ ਕਰਦੇ ਹੋ, ਤਾਂ ਰੱਬੀ ਹੁਕਮ ਦੇ ਅੰਦਰ ਤੁਹਾਡੇ ਅੰਦਰ ਦਇਆ ਦੇ, ਸ਼ੁਭ ਗੁਣਾਂ ਦੇ ਜਿੰਨੇ ਵੀ ਸੁਭਾਅ ਹੈ ਉਹ ਪ੍ਰਗਟ ਹੋਈ ਜਾਂਦਾ। ਸੱਚਾਈ ਹੈ, ਦਇਆ ਹੈ, ਪ੍ਰੇਮ ਹੈ, ਜਿਹੜਾ ਇਧਰ ਲਾਏਗਾ ਉਹਦੇ ਅੰਦਰ ਇਹ ਗੁਣ ਪ੍ਰਗਟ ਹੋਈ ਜਾਣਗੇ। ਨਿਯਮ ਹੈ ਇਹ। ਤੇ ਦੂਜੇ ਪਾਸੇ ਜਿਹੜਾ ਝੂਠ ਫਰੇਬ ਬੋਲੇਗਾ, ਨਿਯਮ ਹੈ, ਉਹਦੇ ਅੰਦਰ ਉਸੇ ਤਰ੍ਹਾਂ ਚਲਾਕੀਆਂ ਚੁਸਤੀਆਂ ਵੱਧਦੀਆਂ ਜਾਣਗੀਆਂ। ਕਹਿਣਾ ਕਿਛੂ ਨਾ ਜਾਏ ਦਾ ਮਤਲਬ ਕਿ ਇਹ ਗੱਲ ਕਿਸੇ ਹੋਰ ਅੱਗੇ ਨਹੀਂ ਕਹੀ ਜਾ ਸਕਦੀ। ਇਹਦਾ ਗੱਲ
ਦਾ ਹੱਲ ਕਿਤੇ ਹੋਰ ਨਹੀਂ ਹੈ ਕਿ ਮਾੜੇ ਪਾਸੇ ਲੱਗ ਕੇ ਤੇ ਫਿਰ ਵਰਤਨ ਰਾਤੇ ਸਰਾਧ ਕਰਕੇ ਬੰਦਾ ਬਦਲ ਜਾਏ, ਜਾਂ ਤੀਰਥਾਂ ਤੇ ਨਹਾਉਣ ਦੇ ਨਾਲ ਬੰਦੇ ਦੇ ਕਰਮ ਬਦਲ ਜਾਣ। ਰੱਬੀ ਹੁਕਮ ਤੋਂ ਇਲਾਵਾ ਕੁਝ ਨਹੀਂ ਕਿਹਾ ਜਾ ਸਕਦਾ, ਭਾਵ ਕਿ ਰੱਬੀ ਹੁਕਮ ਦੇ ਅੰਦਰ ਹੀ ਚੇਂਜਿੰਗ ਲਿਆਂਦੀ ਜਾ ਸਕਦੀ ਹੈ। ਗੁਰੂ ਦੇ ਉਪਦੇਸ਼ ਮੁਤਾਬਕ ਹੀ ਜੀਵਨ ਨੂੰ ਬਦਲਿਆ ਜਾ ਸਕਦਾ ਹੈ, ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਹੋਰ ਅਸੀਂ ਕੀ ਕਹਾਂਗੇ ਵੀ ਜੀਵਨ ਕਿਵੇਂ ਬਦਲਿਆ ਜਾ ਸਕਦਾ ਹੈ? ਗੁਰੂ ਗਿਆਨ ਨੂੰ ਅਪਣਾਉਣ ਤੋਂ ਬਿਨਾਂ, ਸੱਚ ਨੂੰ ਅਪਣਾਉਣ ਤੋਂ ਬਿਨਾਂ ਕਿਹੜਾ ਰਾਹ ਹੈ ਹੋਰ? ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭੂ ਦੇ ਹੁਕਮ ਦੇ ਅੰਦਰ ਜਿੱਧਰ ਜੀਵਾਂ ਨੂੰ ਲਾਇਆ ਹੈ ਉਧਰ ਲੱਗੇ ਨੇ। ਰੱਬੀ ਹੁਕਮ ਤੋਂ ਉਲਟ ਕੁਛ ਨਹੀਂ ਕਿਹਾ ਜਾ ਸਕਦਾ, ਭਾਵ ਚੰਗੇ ਔਰ ਮਾੜੇ ਜੋ ਜੀਵ ਨੇ ਉਹ ਰੱਬੀ ਹੁਕਮ ਦੇ ਅੰਦਰ ਕਾਰਜਸ਼ੀਲ ਨੇ। ਤਾਂ ਸਾਨੂੰ ਚਾਹੀਦਾ ਹੈ ਗੁਰੂ ਗਿਆਨ ਰਾਹੀਂ ਰੱਬੀ ਹੁਕਮ ਨੂੰ ਸਮਝ ਕੇ ਆਪਣੇ ਜੀਵਨ ਦੀ ਬਣਤਰ ਜਿਹੜੀ ਹੈ ਉਹ ਗੁਰੂ ਪਾਸੋਂ ਠੀਕ ਢੰਗ ਦੇ ਨਾਲ ਬਣਵਾਈ ਜਾਏ, ਭਾਵ ਗੁਰੂ ਰਾਹਾਂ ਤੇ ਚੱਲਿਆ ਜਾਏ। ਮਹਿਲਾ ਤੀਜਾ, ਹਮ ਘਰ ਨਾਮ ਖਜ਼ਾਨਾ ਸਦਾ ਹੈ, ਭਗਤ ਭਰੇ ਭੰਡਾਰਾ। ਹਮ ਘਰ ਦਾ ਮਤਲਬ ਸਾਡੇ ਘਰ ਵਿੱਚ, ਨਾਮ ਖਜ਼ਾਨਾ ਮਤਲਬ ਰੱਬੀ ਗੁਣਾਂ ਦਾ ਖਜ਼ਾਨਾ, ਸੁੱਖਾਂ ਦਾ ਖਜ਼ਾਨਾ। ਸਦਾ ਹੈ ਦਾ ਮਤਲਬ ਸदैव ਹੀ ਹੈ। ਭਗਤ ਭਰੇ ਭੰਡਾਰਾ, ਭਗਤ ਦਾ ਮਤਲਬ ਰੱਬੀ ਗੁਣ, ਪਰ ਰੱਬ ਦੀ ਭਗਤੀ ਰੱਬ ਦੇ ਗੁਣ ਨੇ ਨਾ, ਵਿਣ ਗੁਣ ਕੀਤੇ ਭਗਤ ਨਾ ਹੋਏ। ਭਰੇ ਭੰਡਾਰਾ ਦਾ ਮਤਲਬ ਭੰਡਾਰ ਭਰੇ ਪਏ, ਯਾਨੀ ਸਾਡੇ ਜੀਵਾਂ ਦੇ ਘਰ ਵਿੱਚ, ਹਿਰਦੇ ਵਿੱਚ, ਸਾਡੇ ਮਨ ਮਸਤਿਕ ਵਿੱਚ, ਸਾਡੇ ਜੀਵਨ ਵਿੱਚ ਗੁਣਾਂ ਦੇ ਖਜ਼ਾਨੇ ਭਰੇ ਪਏ ਨੇ, ਸੁੱਖਾਂ ਦੇ ਖਜ਼ਾਨੇ ਭਰੇ ਪਏ ਨੇ ਔਰ ਸਦਾ ਹੀ ਭਰੇ ਪਏ ਨੇ। ਦੇਖੋ ਕਿੰਨਾ ਅਜੀਬ ਹੈ ਨਾ ਕਿ ਸਾਡੇ ਹਿਰਦੇ ਦੇ ਅੰਦਰ, ਸੋਚ ਦੇ ਅੰਦਰ ਖਜ਼ਾਨਾ ਭਰਿਆ ਹੋਵੇ ਸੁੱਖਾਂ ਦਾ, ਖਜ਼ਾਨਾ ਭਰਿਆ ਹੋਏ ਗੁਣਾਂ ਦਾ, ਖਜ਼ਾਨਾ ਭਰਿਆ ਹੋਏ ਪ੍ਰਭੂ ਦੀ ਭਗਤੀ ਦਾ, ਔਰ ਸਦਾ ਹੀ ਭਰਿਆ ਹੋਏ ਹਮ ਕਰ ਨਾਮ ਖਜ਼ਾਨਾ ਸਦਾ ਹੈ। ਸਦਾ ਦਾ ਮਤਲਬ ਹਰ ਵਕਤ, ਜਨਮ ਤੋਂ ਲੈ ਕੇ ਮਰਨ ਤੱਕ ਸਾਡੇ ਜੀਵਨ ਵਿੱਚ ਹਰ ਵਕਤ, ਹਰ ਥਾਂ ਤੇ, ਹਰ ਸਮੇਂ ਗੁਣਾਂ ਦਾ ਖਜ਼ਾਨਾ ਭਰਿਆ ਪਿਆ ਹੈ, ਭਗਤੀ ਦਾ ਭੰਡਾਰਾ ਭਰਿਆ ਪਿਆ ਹੈ। ਹੁਣ ਕੋਈ ਬੰਦਾ ਇਹ ਨਹੀਂ ਨਾ ਕਹਿ ਸਕਦਾ ਕਿ ਮੇਰੇ ਵਿੱਚ ਗੁਣ ਨਹੀਂ ਹੈ, ਮੈਂ ਸੁਖੀ ਨਹੀਂ ਰਹਿ ਸਕਦਾ, ਮੈਂ ਸ਼ਾਂਤ ਨਹੀਂ ਰਹਿ ਸਕਦਾ। ਐਸਾ ਨਹੀਂ ਹੈ। ਖਜ਼ਾਨਾ ਅੰਦਰ ਗੁਣਾਂ ਦਾ, ਸੁੱਖਾਂ ਦਾ ਭਰਿਆ ਪਿਆ ਹੈ। ਲੋੜ ਤਾਂ ਉਸ ਖਜ਼ਾਨੇ ਨੂੰ ਯੂਜ਼ ਕਰਨ ਦੀ ਹੈ। ਜਿਵੇਂ ਆਪਾਂ ਇਹ ਬੇਨਤੀਆਂ ਮੈਂ ਰੋਜ਼ ਕਰ ਰਿਹਾ ਕਿ ਸੱਚ ਸਾਡੇ ਸਾਰਿਆਂ ਦੇ ਅੰਦਰ ਹੈ, ਦਇਆ ਸਭ ਦੇ ਅੰਦਰ ਹੈ, ਪਿਆਰ ਸਭ ਦੇ ਅੰਦਰ ਹੈ, ਪਰ ਅਸੀਂ ਉਹਨੂੰ ਯੂਜ਼ ਨਹੀਂ ਕਰ ਰਹੇ। ਯੂਜ਼ ਅਸੀਂ ਈਰਖਾ ਕਰ ਰਹੇ ਹਾਂ, ਹੰਕਾਰ ਨੂੰ ਯੂਜ਼ ਕਰ ਰਹੇ ਹਾਂ, ਤਾਂ ਇਹ ਪ੍ਰੋਬਲਮ ਸਾਡੀ ਹੈ। ਇਸੇ ਨੂੰ ਅਗਿਆਨਤਾ ਕਹਿੰਦੇ। ਸਤਿਗੁਰ ਦਾਤਾ ਜੀ ਕਾ ਸਦ ਜੀਵੈ ਦੇਵਨਹਾਰਾ। ਹੁਣ ਅਗਲੀ ਪੰਕਤੀ ਦੇ ਅੰਦਰ ਸੋਲੂਸ਼ਨ ਦੱਸ ਰਹੇ ਨੇ ਕਿ ਸ਼ੁਭ ਗੁਣਾਂ ਦਾ ਖਜ਼ਾਨਾ ਵੀ ਹੈ ਅੰਦਰ, ਭਗਤੀ ਦੇ ਭੰਡਾਰੇ ਸਦਾ ਭਰੇ ਪਏ ਨੇ। ਇਸ ਦੁਨੀਆ ਵਿੱਚ ਚਾਰ ਚੁਫੇਰੇ ਖੁਸ਼ੀਆਂ ਹਰ ਟਾਈਮ, ਹਰ ਵਕਤ ਬਰਸ ਰਹੀਆਂ ਨੇ, ਹਰ ਵਕਤ ਖੁਸ਼ੀਆਂ ਬਰਸ ਰਹੀਆਂ ਨੇ, ਲੇਕਿਨ ਅਸੀਂ ਉਹਨਾਂ ਨੂੰ ਮਾਣ ਨਹੀਂ ਪਾ ਰਹੇ। ਉਹਨਾਂ ਨੂੰ ਕਿਵੇਂ ਮਾਣਿਆ ਜਾਏ? ਤਾਂ ਗੁਰੂ ਜੀ ਕਹਿੰਦੇ ਨੇ ਸਤਿਗੁਰੂ ਦਾਤਾ ਜੀ ਕਾ, ਜੀ ਕਾ ਦਾ ਮਤਲਬ ਜਿੰਦ ਦਾ ਦਾਤਾ, ਜੀਵਨ ਦੇਣ ਵਾਲਾ, ਆਤਮਿਕ ਜੀਵਨ ਦੇਣ ਵਾਲਾ। ਗੁਰੂ ਆਤਮਿਕ ਜੀਵਨ ਦੇਣ ਵਾਲਾ ਦਾਤਾ ਹੈ। ਸਦ ਜੀਵੈ ਦੇਵਨਹਾਰਾ ਦਾ ਮਤਲਬ ਸਾਡੇ ਸਿਰ ਦੇ ਉੱਤੇ ਉਹ ਦੇਵਨਹਾਰ ਦਾਤਾਰ ਸਦਾ ਹੀ ਕਾਇਮ ਹੈ। ਸਾਡਾ ਉਹ ਹਮੇਸ਼ਾ ਰਾਖਾ ਹੈ, ਸਾਡੇ ਸਿਰ ਤੇ ਹੈ। ਸਦ ਜੀਵੈ ਦਾ ਮਤਲਬ ਸਦਾ ਜੀਣ ਵਾਲਾ ਹੈ, ਸਦਾ ਰਾਖਾ ਹੈ, ਸਦਾ ਦਾਤਾਂ ਦੇਣ ਵਾਲਾ ਹੈ, ਸਾਡੇ ਸਿਰ ਤੇ ਹਰ ਵਕਤ ਕਾਇਮ ਹੈ। ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਤਾਂ ਗੁਰੂ ਆਤਮਿਕ ਜੀਵਨ ਦੇਣ ਦਾ ਦਾਤਾ ਹੈ ਔਰ ਸਦਾ ਹੀ ਉਹ ਦਾਤਾਂ ਦੇਣ ਵਾਲਾ ਹੈ। ਐਸਾ ਕੋਈ ਟਾਈਮ ਨਹੀਂ ਕਿ ਗੁਰੂ ਦੇ ਕੋਲ ਜਾਓ ਕਿ ਮੈਨੂੰ ਆਤਮਿਕ ਜੀਵਨ ਚਾਹੀਦਾ ਤੇ ਗੁਰੂ ਨਾ ਦੇਵੇ। ਐਸਾ ਕੋਈ ਵਕਤ ਨਹੀਂ ਕਿ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀਵੋ ਤੇ ਤੁਹਾਨੂੰ ਆਤਮਿਕ ਜੀਵਨ ਨਾ ਮਿਲੇ। ਤਾਂ ਇਹਦਾ ਮੀਨਿੰਗ ਇਹ ਹੈ ਕਿ ਸਾਡੇ ਅੰਦਰ ਸ਼ੁਭ ਗੁਣਾਂ ਦੇ ਭੰਡਾਰ ਭਰੇ ਪਏ ਨੇ, ਭਗਤੀ ਦੇ ਭੰਡਾਰੇ ਭਰੇ ਪਏ ਨੇ, ਲੇਕਿਨ ਉਹਨਾਂ ਦੀ ਸੂਝ ਔਰ ਸਮਝ ਸਾਨੂੰ ਗੁਰੂ ਦੇ ਗਿਆਨ ਰਾਹੀਂ ਆਉਂਦੀ। ਜਦੋਂ ਕੋਈ ਬੰਦਾ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਨਾ, ਫਿਰ ਉਹਨੂੰ ਸਮਝ ਆ ਜਾਂਦੀ ਹੈ ਕਿ ਚੀਜ਼ਾਂ ਮੇਰੇ ਅੰਦਰ ਭਰੀਆਂ ਪਈਆਂ ਨੇ, ਮੈਂ ਇਹਨਾਂ ਗੁਣਾਂ ਨੂੰ ਯੂਜ਼ ਕਰਨਾ ਹੈ। ਤਾਂ ਗੁਰੂ ਦੇ ਗਿਆਨ ਰਾਹੀਂ ਸਾਨੂੰ ਇਹ ਦਾਤ ਜਿਹੜੀ ਮਿਲੇਗੀ। ਇਸ ਲਈ ਸਾਨੂੰ ਗੁਰਬਾਣੀ ਪੜ੍ਹ ਸੁਣ ਕੇ, ਸਮਝ ਕੇ ਗੁਰਬਾਣੀ ਤੇ ਅਮਲ ਕਰਨਾ ਚਾਹੀਦਾ। ਅਨਦਿਨ ਕੀਰਤਨ ਸਦਾ ਕਰਹਿ, ਗੁਰ ਕੈ ਸ਼ਬਦ ਅਪਾਰਾ। ਗੁਰ ਕੈ ਸ਼ਬਦ ਦਾ ਮਤਲਬ ਗੁਰੂ ਦੇ ਸ਼ਬਦ ਰਾਹੀਂ, ਅਨਦਿਨ ਦਾ ਮਤਲਬ ਹਰ ਰੋਜ਼,
ਅਪਾਰਾ ਦਾ ਮਤਲਬ ਜੋ ਪਾਰ ਤੋਂ ਰਹਿਤ ਪ੍ਰਭੂ ਹੈ। ਤਾਂ ਅਸੀਂ ਸਤਿਗੁਰ ਦੇ ਅਪਾਰ ਸ਼ਬਦ ਦੀ ਰਾਹੀਂ ਅਨਦਿਨ ਕੀਰਤਨ ਸਦਾ ਕਰੇ, ਸਦਾ ਹੀ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਾਂ। ਸਿਫਤ ਸਲਾਹ ਦਾ ਮਤਲਬ ਗੁਣ ਗਾਉਂਦੇ ਹਾਂ। ਗੁਣ ਗਾਉਣ ਦਾ ਮਤਲਬ ਗੁਣਾਂ ਦੇ ਧਾਰਨੀ ਹਾਂ, ਮਨ, ਬਚਨ ਔਰ ਕਰਮ ਕਰਕੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅਸੀਂ ਗੁਰੂ ਦੇ ਗਿਆਨ ਰਾਹੀਂ ਸदैव ਹੀ ਮਨ, ਬਚਨ ਔਰ ਕਰਮ ਕਰਕੇ ਪ੍ਰਭੂ ਦੇ ਗੁਣਾਂ ਦੇ ਧਾਰਨੀ ਹਾਂ। ਅਸੀਂ ਹਮੇਸ਼ਾ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਾਂ। ਮਤਲਬ ਕਿ ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੇਗਾ, ਉਹਦੇ ਜੀਵਨ ਦੀ ਇਹ ਨਿਸ਼ਾਨੀ ਹੋਏਗੀ ਕਿ ਉਹ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦਾ ਧਾਰਨੀ ਹੋਏਗਾ। ਉਹਦੇ ਬੋਲ ਬਾਣੀ ਵਿੱਚ ਗੁਣ, ਉਹਦੀ ਸੋਚ ਵਿੱਚ ਗੁਣ ਔਰ ਉਹਦੇ ਬਿਹੇਵੀਅਰ ਵਿੱਚ ਵੀ ਗੁਣ ਹੋਣਗੇ। ਸ਼ਬਦ ਗੁਰੂ ਕਾ ਸਦ ਉਚਰਹਿ, ਜੁਗ ਜੁਗ ਵਰਤਾਵਨ ਹਾਰਾ। ਉਚਰਨ ਦਾ ਮਤਲਬ ਜੋ ਗੁਰੂ ਦੀ ਸ਼ਰਨ ਵਿੱਚ ਨੇ, ਉਹ ਗੁਰੂ ਦੇ ਸ਼ਬਦ ਦਾ ਉਚਾਰਨ ਕਰਦੇ ਨੇ। ਜੁਗ ਜੁਗ ਵਰਤਾਵਨ ਹਾਰਾ ਦਾ ਮਤਲਬ ਜੋ ਜੁਗਾਂ ਜੁਗਾਂ ਦੇ ਅੰਦਰ ਕਲਾ ਵਰਤਾਉਣ ਵਾਲਾ ਹੈ, ਸ਼ਕਤੀ ਵਰਤਾਉਣ ਵਾਲਾ ਹੈ, ਸਦਾ ਹੀ ਉਹ ਦਾਤਾਂ ਵਰਤਾਉਣ ਵਾਲਾ ਹੈ, ਸੁਖ ਵਰਤਾਉਣ ਵਾਲਾ ਹੈ। ਤੇ ਸਤਿਗੁਰ ਦਾ ਸ਼ਬਦ ਜੋ ਹਰੇਕ ਯੁੱਗ ਵਿੱਚ ਦਾ ਮਤਲਬ ਹਰ ਸਮੇਂ ਸੁੱਖਾਂ ਦੀ ਦਾਤ ਵਰਤਾਉਣ ਵਾਲਾ ਹੈ, ਉਹਦਾ ਅਸੀਂ ਉਚਾਰਨ ਕਰਦੇ ਹਾਂ। ਜੋ ਗੁਰੂ ਦਾ ਸ਼ਬਦ ਹੈ, ਮਤਲਬ ਗੁਰੂ ਦਾ ਜੋ ਗਿਆਨ ਹੈ, ਗੁਰੂ ਦਾ ਵੇ ਆਫ ਲਾਈਫ ਹੈ, ਗੁਰੂ ਦਾ ਉਪਦੇਸ਼ ਹੈ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ ਹਰ ਸਮੇਂ ਹੀ ਸੁਖ ਵਰਤਾਉਣ ਵਾਲੀ ਹੈ। ਜਦੋਂ ਵੀ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵਾਂਗੇ, ਉਦੋਂ ਹੀ ਸੁਖ ਵਰਤੇਗਾ। ਤੇ ਗੁਰੂ ਜੀ ਕਹਿੰਦੇ ਨੇ, ਅਸੀਂ ਸਦਾ ਹੀ ਉਸ ਗੁਰੂ ਦਾ ਸ਼ਬਦ ਉਚਾਰਦੇ ਹਾਂ, ਭਾਵ ਕਿ ਉਹਦੀ ਗੁਰਬਾਣੀ ਦੀ ਅਸੀਂ ਵਿਚਾਰ ਕਰਦੇ ਹਾਂ, ਉਹਦੇ ਮੁਤਾਬਕ ਅਸੀਂ ਜ਼ਿੰਦਗੀ ਜੀਂਦੇ। ਤੇ ਇਹਦਾ ਰਿਜ਼ਲਟ ਕੀ ਨਿਕਲਦਾ ਹੈ? ਇਹ ਮਨੁਆ ਸਦਾ ਸੁਖ ਵਸੈ, ਸਹਿਜੇ ਕਰੇ ਵਾਪਾਰਾ। ਸਹਿਜੇ ਦਾ ਮਤਲਬ ਸੁਭਾਵਕ, ਵਾਪਾਰਾ ਦਾ ਮਤਲਬ ਵਿਆਪਾਰ ਕਰਦਾ ਹੈ। ਸਤਿਗੁਰ ਦੇ ਸ਼ਬਦ ਦੀ ਬਰਕਤ ਨਾਲ ਇਹ ਮਨੁਆ ਸਦਾ ਸੁਖ ਵਸੈ, ਸਾਡਾ ਇਹ ਮਨ ਸਦਾ ਹੀ ਸੁਖ ਵਿੱਚ ਵਸਦਾ ਹੈ, ਸਦਾ ਹੀ ਸ਼ਾਂਤ ਰਹਿੰਦਾ ਹੈ ਗੁਰੂ ਸ਼ਬਦ ਦੀ ਬਰਕਤ ਨਾਲ। ਦੇਖੋ, ਵਿਚਾਰਨ ਵਾਲੀ ਗੱਲ ਹੈ ਕਿ ਜੇ ਅਸੀਂ ਮਾਨਸਿਕ ਤੌਰ ਤੇ ਜਾਂ ਬੌਧਿਕ ਤੌਰ ਤੇ ਕੇਵਲ ਗੁਣਾਂ ਦੇ ਧਾਰਦੀਆਂ ਜੋ ਮੂਲ ਮੰਤਰ ਵਿੱਚ ਦੱਸੇ ਨੇ, ਜੇ ਸਾਡੀ ਸੋਚ ਦੇ ਅੰਦਰ ਸਿਰਫ ਉਹ ਗੁਣ ਹੋਣ ਤਾਂ ਕੀ ਜੀਵਨ ਵਿੱਚ ਅਸ਼ਾਂਤੀ ਰਹੇਗੀ? ਕੇਵਲ ਸ਼ਾਂਤੀ ਰਹੇਗੀ। ਅਸ਼ਾਂਤੀ ਤਾਂ ਗੁਣਾਂ ਕਰਕੇ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਗੁਰੂ ਦੇ ਸ਼ਬਦ, ਗੁਰੂ ਦੇ ਗਿਆਨ ਦੀ ਬਰਕਤ ਦੇ ਨਾਲ ਸਾਡਾ ਮਨ ਹਮੇਸ਼ਾ ਸੁੱਖਾਂ ਵਿੱਚ ਵਸਦਾ ਹੈ। ਸਹਿਜੇ ਕਰੇ ਵਪਾਰਾ ਦਾ ਮਤਲਬ ਸੁਭਾਵਕ ਹੀ, ਨਿਰਯਤਨ ਹੀ ਇਹ ਗੁਣਾਂ ਦਾ ਵਪਾਰ ਕਰਦਾ ਹੈ, ਗੁਣਾਂ ਵਾਲੀ ਸਾਂਝ ਪਾਉਂਦਾ ਹੈ, ਗੁਣਾਂ ਵਾਲਾ ਬੋਲ ਚਾਲ, ਗੁਣਾਂ ਵਾਲਾ ਬਿਹੇਵੀਅਰ ਬਿਨਾਂ ਯਤਨ ਤੋਂ ਹੀ। ਹੁਣ ਥੋੜੀ ਜਿਹੀ ਪ੍ਰੈਕਟਿਸ ਕਰਨ ਦੀ ਲੋੜ ਹੈ ਨਾ, ਉਸ ਤੋਂ ਬਾਅਦ ਬਿਨਾਂ ਯਤਨ ਤੋਂ ਹੀ ਸਾਰਾ ਕੁਝ ਆਟੋਮੈਟਿਕਲੀ ਹੋਈ ਜਾਂਦਾ ਹੈ। ਜਿਵੇਂ ਅਸੀਂ ਕਾਰ ਡਰਾਈਵਿੰਗ ਸਿੱਖਦੇ ਹਾਂ ਤਾਂ ਸ਼ੁਰੂ ਦੇ ਵਿੱਚ ਤਕਲੀਫ ਹੁੰਦੀ ਹੈ ਨਾ, ਕਦੇ ਗੇਅਰ ਵੱਲ ਵੇਖਣਾ ਪੈਂਦਾ ਹੈ, ਕਦੇ ਕਲੱਚ ਵੱਲ ਵੇਖੋ ਤੇ ਗੇਅਰ ਦਾ ਧਿਆਨ ਨਹੀਂ, ਗੇਅਰ ਵੱਲ ਧਿਆਨ ਦਿਓ ਤੇ ਬ੍ਰੇਕ ਲੱਗ ਜਾਂਦੀ, ਕੁਛ ਹੁੰਦਾ ਨਾ ਗੜਬੜ। ਪਰ ਜਦੋਂ ਥੋੜੇ ਦਿਨ ਪ੍ਰੈਕਟਿਸ ਹੋ ਜਾਏ, ਫਿਰ ਬੰਦਾ ਗੱਲਾਂ ਵੀ ਕਰੀ ਜਾਂਦਾ ਹੈ, ਫੋਨ ਵੀ ਸੁਣੀ ਜਾਂਦਾ ਹੈ, ਇੱਧਰ ਉੱਧਰ ਵੀ ਦੇਖੀ ਜਾਂਦਾ ਹੈ, ਆਟੋਮੈਟਿਕਲੀ ਹੱਥ ਪੈਰ ਆਟੋਮੈਟਿਕਲੀ ਚੱਲੀ ਜਾਂਦੇ। ਦੇਖਿਆ ਹੈ ਤੁਸੀਂ ਬੀਬੀਆਂ ਨੂੰ ਸਵੈਟਰ ਉਣਦਿਆਂ, ਗੱਲਾਂ ਵੀ ਕਰੀ ਜਾਣਗੀਆਂ ਤੇ ਸਿਲਾਈਆਂ ਵੀ ਲਗਾਤਾਰ ਚੱਲੀ ਜਾਂਦੀਆਂ ਨੇ। ਸ਼ੁਰੂ ਚ ਸਿੱਖਣਾ ਪਿਆ, ਲੇਕਿਨ ਇੰਨੀ ਪ੍ਰੈਕਟਿਸ ਹੋ ਜਾਂਦੀ ਕਿ ਪਤਾ ਹੀ ਨਹੀਂ, ਉਹ ਲਗਾਤਾਰ ਹੱਥ ਚੱਲੀ ਜਾਂਦੇ ਨੇ, ਕਿਉਂਕਿ ਪ੍ਰੈਕਟਿਸ ਹੋ ਗਈ ਨਾ, ਨਿਰਯਤਨ ਹੀ ਹੋਈ ਜਾਂਦੀ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੇ ਸ਼ਬਦ ਮੁਤਾਬਕ ਜ਼ਿੰਦਗੀ ਜੀਂਦੇ ਹਾਂ ਤਾਂ ਫਿਰ ਨਿਰਯਤਨ ਹੀ ਆਟੋਮੈਟਿਕਲੀ ਗੁਣਾਂ ਵਾਲੀ ਜ਼ਿੰਦਗੀ ਜੀਵੀ ਜਾਂਦੀ ਹੈ। ਆਟੋਮੈਟਿਕਲੀ ਅੰਦਰੋਂ ਸੱਚ ਆਉਂਦਾ ਹੈ, ਦਇਆ ਆਉਂਦੀ ਹੈ, ਪ੍ਰੇਮ ਆਉਂਦਾ ਹੈ, ਉਹਦੀ ਪ੍ਰੈਕਟਿਸ ਹੋ ਗਈ ਹੁੰਦੀ। ਅੰਤਰ ਗੁਰ ਗਿਆਨ ਹਰ ਰਤਨ ਹੈ, ਮੁਕਤ ਕਰਾਵਣ ਹਾਰਾ। ਮਨ ਦੇ ਅੰਦਰ ਸਤਿਗੁਰੂ ਦਾ ਬਖਸ਼ਿਆ ਹੋਇਆ ਗਿਆਨ ਟਿਕ ਜਾਂਦਾ ਹੈ। ਹਰ ਰਤਨ ਦਾ ਮਤਲਬ ਹਰੀ, ਜਿਹੜਾ ਕੀਮਤੀ ਰਤਨ ਹੈ, ਉਹਦਾ ਹੁਕਮ ਟਿਕ ਜਾਂਦਾ ਹੈ। ਜੋ ਮੁਕਤੀ ਦੇਣ ਵਾਲਾ ਹੈ ਰੱਬ, ਉਹ ਟਿਕ ਜਾਂਦਾ ਹੈ। ਯਾਨੀ ਅੰਦਰ ਗੁਰੂ ਦਾ ਗਿਆਨ, ਰੱਬ ਰੂਪ ਰਤਨ ਜੋ ਮੁਕਤੀ ਦੇਣ ਵਾਲਾ ਹੈ, ਉਹ ਫਿਰ ਬੰਦੇ ਦੇ ਅੰਦਰ ਟਿਕ ਜਾਂਦਾ ਹੈ, ਤਾਂ ਉਹਦੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੋ ਜਾਂਦੇ ਨੇ। ਹੁਣ ਅਸੀਂ ਆਪਣੀ ਸੋਚ ਦੇ ਅੰਦਰ ਕੀ ਟਿਕਾਇਆ ਹੋਇਆ ਹੈ? ਗਿਆਨ ਜਾਂ ਅਗਿਆਨ। ਹੁਣ ਗਿਆਨ ਦਾ ਅਗਿਆਨ ਟਿਕਾਣ ਦਾ ਭਾਵ ਕੀ ਹੈ ਕਿ ਅਸੀਂ ਗਿਆਨ ਦੀ ਸਹੀ ਵਰਤੋਂ ਕਰਦੇ ਹਾਂ ਜਾਂ ਗਲਤ ਵਰਤੋਂ ਕਰਦੇ ਹਾਂ।
ਦੇਖੋ, ਗੱਲਬਾਤ ਕਰਨੀ ਇਹਦੇ ਵਿੱਚ ਗਿਆਨ ਦੀ ਲੋੜ ਤੇ ਪੈਂਦੀ ਹੈ। ਕੁਝ ਲੋਕ ਐਸੇ ਨੇ ਜੋ ਆਪਣੇ ਗਿਆਨ ਦੀ ਵਰਤੋਂ ਕਰਕੇ ਦੋ ਐਸੇ ਲੋਕਾਂ ਨੂੰ ਆਪਸ ਵਿੱਚ ਮਿਲਾ ਦਿੰਦੇ ਨੇ ਜਿਨ੍ਹਾਂ ਦੀ ਆਪਸ ਵਿੱਚ ਲੜਾਈ ਹੋ ਗਈ ਸੀ, ਵਿਰੋਧਤਾ ਹੋ ਗਈ ਸੀ, ਜਿਹੜੇ ਭੈਣ ਭਰਾ ਇੱਕ ਦੂਜੇ ਤੋਂ ਦੂਰ ਚਲੇ ਗਏ ਸੀ। ਕੁਝ ਲੋਕ ਆਪਣੇ ਗਿਆਨ ਦੀ ਵਰਤੋਂ ਕਰਕੇ ਐਸੀ ਸ਼ਬਦਾਵਲੀ ਬੋਲਦੇ ਨੇ ਕਿ ਉਹਨਾਂ ਭੈਣਾਂ ਭਰਾਵਾਂ ਨੂੰ ਫਿਰ ਇੱਕ ਪਿਆਰ ਦੇ ਸੂਤਰ ਵਿੱਚ ਬੰਨ੍ਹ ਦਿੰਦੇ ਨੇ। ਗਿਆਨ ਹੈ ਨਾ, ਦੂਜੇ ਬੰਦਿਆਂ ਦੇ ਕੋਲ ਐਸਾ ਗਿਆਨ ਹੈ ਕਿ ਉਹ ਐਸੇ ਆਪਣੇ ਗਿਆਨ ਦੇ ਨਾਲ ਸ਼ਬਦਾਵਲੀ ਦੀ ਵਰਤੋਂ ਕਰਦੇ ਨੇ ਕਿ ਚੰਗੇ ਭਲੇ ਦੋ ਭੈਣ ਭਰਾ ਸੁਖੀ ਵਸਤ ਰਹੇ ਨੇ, ਉਹਨਾਂ ਵਿੱਚ ਐਸੀ ਕੋਈ ਸ਼ੁਰਲੀ ਛੱਡਣਗੇ, ਦੋਵਾਂ ਨੂੰ ਦੂਰ ਕਰ ਦੇਣਗੇ। ਹੈ ਤੇ ਇਹ ਵੀ ਗਿਆਨ ਕਿਸੇ ਨੂੰ ਲੜਾਉਣਾ, ਲੇਕਿਨ ਇਹ ਗਿਆਨ ਦੀ ਦੁਰਵਰਤੋਂ ਹੈ। ਇਹ ਗੁਰੂ ਦਾ ਗਿਆਨ ਨਹੀਂ ਹੈ। ਗੁਰੂ ਦਾ ਗਿਆਨ ਸਾਨੂੰ ਇਹ ਸਿੱਖਿਆ ਨਹੀਂ ਦਿੰਦਾ। ਸੱਚਾ ਗਿਆਨ ਸਾਨੂੰ ਇਹ ਸਿੱਖਿਆ ਨਹੀਂ ਦਿੰਦਾ। ਰਿਸ਼ਵਤ ਲੈਣੀ, ਚੋਰੀ ਕਰਨੀ, ਬੇਈਮਾਨੀ, ਸਾਨੂੰ ਗੁਰੂ ਦਾ ਗਿਆਨ ਇਹ ਚੀਜ਼ਾਂ ਨਹੀਂ ਦੱਸਦਾ। ਤਾਂ ਜਿਨ੍ਹਾਂ ਦੇ ਅੰਦਰ ਗੁਰੂ ਦਾ ਸੱਚਾ ਗਿਆਨ ਟਿਕ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਫਿਰ ਰੱਬੀ ਹੁਕਮ ਟਿਕ ਜਾਂਦਾ ਹੈ, ਰੱਬੀ ਗੁਣ ਟਿਕ ਜਾਂਦੇ ਨੇ, ਇਹ ਗੁਰੂ ਦਾ ਗਿਆਨ ਹੀ ਸਾਨੂੰ ਮੁਕਤੀ ਕਰਾਉਣ ਵਾਲਾ ਹੈ। ਰੱਬ ਦੇ ਗੁਣ ਹੀ ਸਾਨੂੰ ਮੁਕਤ ਕਰਾਉਣ ਵਾਲੇ ਨੇ ਵਿਕਾਰਾਂ ਤੋਂ, ਪਾਪਾਂ ਤੋਂ। ਇਹ ਸਦਾ ਵਾਸਤੇ ਬੰਦੇ ਦੇ ਅੰਦਰ ਫਿਰ ਟਿਕ ਜਾਂਦੇ ਨੇ ਜਦੋਂ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਾਂ। ਨਾਨਕ ਜਿਸ ਨੂੰ ਨਦਰ ਕਰੇ ਸੋ ਪਾਏ, ਸੋ ਹੋਵੇ ਦਰ ਸਚਿਆਰਾ। ਜਿਸ ਤੇ ਰਹਿਮਤ ਕਰਦਾ ਹੈ ਉਹ ਇਸ ਗਿਆਨ ਦੀ ਦਾਤ ਨੂੰ ਗੁਰੂ ਪਾਸੋਂ ਹਾਸਲ ਕਰ ਲੈਂਦਾ ਹੈ ਤੇ ਉਹ ਰੱਬ ਦੇ ਦਰ ਤੇ ਸੁਰਖਰੂ ਹੋ ਜਾਂਦਾ ਹੈ। ਉਹ ਰੱਬ ਦੇ ਦਰ ਤੇ ਸੁਰਖਰੂ ਹੈ, ਰੱਬੀ ਦਰਗਾਹ ਵਿੱਚ ਪ੍ਰਵਾਨ ਹੈ, ਸੁਰਖਰੂ ਹੈ। ਕੋਈ ਵੀ ਸ਼ਬਦ ਆਪ ਵਰਤ ਸਕਦੇ ਹੋ ਜਿਸ ਨਾਲ ਆਪ ਨੂੰ ਸਮਝ ਪੈ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਇਹ ਦਾਤ ਰੱਬੀ ਰਹਿਮਤ ਦੇ ਨਾਲ ਮਿਲਦੀ ਹੈ, ਤੇ ਜਿਸ ਨੂੰ ਇਹ ਦਾਤ ਮਿਲਦੀ ਹੈ, ਭਾਵ ਜੋ ਇਹਨਾਂ ਗੁਣਾਂ ਅਨੁਸਾਰ ਜ਼ਿੰਦਗੀ ਜੀਂਦਾ ਹੈ, ਉਹ ਰੱਬੀ ਦਰਗਾਹ ਵਿੱਚ ਸੁਰਖਰੂ ਹੋ ਜਾਂਦਾ ਹੈ, ਬੇਪਰਵਾਹ ਹੋ ਜਾਂਦਾ ਹੈ। ਉਹਨੂੰ ਵਿਕਾਰਾਂ ਦੀ, ਪਾਪਾਂ ਦੀ ਕੋਈ ਬੰਦਿਸ਼ ਨਹੀਂ ਰਹਿੰਦੀ। ਉਹ ਇਹਨਾਂ ਤੋਂ ਬਿਲਕੁਲ ਮੁਕਤ ਹੋ ਕੇ ਜ਼ਿੰਦਗੀ ਜੀਂਦਾ ਹੈ। ਪੌੜੀ। ਧੰਨ ਧੰਨ ਸੋ ਗੁਰਸਿੱਖ ਕਹੀਐ, ਜੋ ਸਤਿਗੁਰ ਚਰਣੀ ਜਾਏ ਪੈ। ਗੁਰੂ ਜੀ ਕਹਿੰਦੇ ਨੇ ਉਸ ਗੁਰਸਿੱਖ ਨੂੰ, ਗੁਰੂ ਦੇ ਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ, ਸ਼ਾਬਾਸ਼ ਕਹਿਣਾ ਚਾਹੀਦਾ ਹੈ, ਜੋ ਸਤਿਗੁਰ ਦੀ ਚਰਨੀ ਜਾ ਲੱਗਦਾ। ਸਤਿਗੁਰ ਦੀ ਚਰਨੀ ਜਾ ਲੱਗਦਾ ਹੈ, ਇਹ ਚੀਜ਼ ਨੂੰ ਸਮਝ ਲੈਣਾ। ਚਰਨੀ ਲੱਗਣ ਦਾ ਮਤਲਬ ਸਿਰਫ ਮੱਥਾ ਟੇਕਣਾ ਨਹੀਂ ਹੈ। ਚਰਨੀ ਲੱਗਣ ਦਾ ਮਤਲਬ ਹੈ ਗੁਰੂ ਦੇ ਉਪਦੇਸ਼ ਨੂੰ ਮਨ, ਬਚਨ ਔਰ ਕਰਮ ਕਰਕੇ ਅਪਣਾ ਲੈਣਾ। ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲੈਣਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ। ਤਾਂ ਉਹ ਗੁਰਸਿੱਖ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ ਜੋ ਗੁਰੂ ਦੱਸੇ ਰਾਹਾਂ ਤੇ ਤੁਰ ਰਿਹਾ ਹੈ, ਜੋ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਰਿਹਾ ਹੈ। ਧੰਤਾ ਯੋਗ ਹੈ ਉਹ ਗੁਰੂ ਦਾ ਸਿੱਖ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਹਰ ਨਾਮਾ ਮੁਖ ਰਾਮ ਕਹਿਆ। ਮੁਖ ਦਾ ਮਤਲਬ ਮੁਖ ਤੋਂ, ਮੁਖ ਦੇ ਖੱਖੇ ਨਾਲ ਸਿਹਾਰੀ ਦਾ ਮਤਲਬ ਮੁਖ ਵਿੱਚ ਜਾਂ ਮੁਖ ਦੇ ਜਰੀਏ, ਮੁਖ ਤੋਂ। ਇੱਥੇ ਮਤਲਬ ਹੈ ਮੁਖ ਤੋਂ। ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਧੰਨ ਹੈ ਉਹ ਗੁਰਸਿੱਖ, ਧੰਨ ਹੈ ਉਹ ਗੁਰੂ ਦਾ ਪਿਆਰਾ, ਜਿਨਨੇ ਆਪਣੇ ਮੂੰਹੋਂ ਹਰ ਨਾਮਾ ਮੁਖ ਰਾਮ ਕਹਿਆ ਦਾ ਮਤਲਬ ਹਰੀ ਦੇ ਨਾਮ ਨੂੰ ਉਚਾਰਨ ਕੀਤਾ ਹੈ। ਮੀਨਸ ਜੋ ਰੱਬੀ ਰਜ਼ਾ ਦੀ ਗੱਲ ਕਰਦਾ ਹੈ ਔਰ ਰੱਬੀ ਗੁਣਾਂ ਦੀ ਗੱਲ ਕਰਦਾ ਹੈ। ਰੱਬੀ ਗੁਣਾਂ ਦੀ ਗੱਲ ਕਰਦਾ ਹੈ, ਜ਼ਬਾਨ ਤੋਂ ਰੱਬੀ ਗੁਣਾਂ ਦੀ ਗੱਲ ਕਰ ਰਿਹਾ ਹੈ, ਰੱਬ ਦੇ ਹੁਕਮ ਦੀ ਗੱਲ ਕਰ ਰਿਹਾ ਹੈ। ਜ਼ਬਾਨ ਤੋਂ ਈਰਖਾ ਦੁਐਸ਼ ਦੀ ਗੱਲ ਨਹੀਂ ਕਰਦਾ, ਸਗੋਂ ਸੱਚ ਦੀ, ਨਿਰਭੈਤਾ ਦੀ, ਨਿਰਵੈਰਤਾ ਦੀ, ਪਿਆਰ ਦੀ, ਇਨਸਾਨੀਅਤ ਦੀ, ਅਜੂਨੀ ਦੀ, ਸਹਿਬਨ ਦੀ, ਇਹ ਗੱਲਾਂ ਕਰਦਾ ਹੈ। ਗੁਰਸਿੱਖ ਧੰਨ ਹੈ, ਉਹਨੂੰ ਸ਼ਾਬਾਸ਼ ਕਹਿਣਾ ਚਾਹੀਦਾ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਸ ਹਰ ਨਾਮ ਸੁਣਿਆ ਮਨ ਆਨੰਦ ਪਿਆ। ਉਸ ਗੁਰਸਿੱਖ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈ ਜਿਸ ਦੇ ਮਨ ਵਿੱਚ ਹਰੀ ਦੇ ਗੁਣ ਸੁਣ ਕੇ ਆਨੰਦ ਪੈਦਾ ਹੁੰਦਾ ਹੈ। ਰੱਬ ਦਾ ਨਾਮ ਸੁਣ ਕੇ, ਰੱਬ ਦਾ ਹੁਕਮ ਸੁਣ ਕੇ, ਰੱਬ ਦੇ ਗੁਣ ਸੁਣ ਕੇ, ਜਿਹਦੇ ਮਨ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ, ਖੁਸ਼ੀ ਪੈਦਾ ਹੁੰਦੀ ਹੈ। ਦੇਖੋ, ਸਾਡੇ ਮਨ ਅੰਦਰ ਖੁਸ਼ੀ ਪੈਦਾ ਹੋਣੀ ਚਾਹੀਦੀ ਹੈ। ਗੁਰੂ ਦੀ ਪਾਵਨ ਬਾਣੀ ਦੇ ਸਿਧਾਂਤ ਸੁਣ ਕੇ ਜਦੋਂ ਅਸੀਂ ਗੁਰੂ ਦੀ ਪਾਵਨ ਬਾਣੀ ਦੇ ਸਿਧਾਂਤਾਂ ਦੀ ਸਮਝ ਆਏ ਨਾ, ਤਾਂ ਸਾਡੇ ਮਨ 'ਚ ਖੁਸ਼ੀ ਹੋਣੀ ਚਾਹੀਦੀ ਹੈ। ਚਾਅ ਦੇ ਨਾਲ ਉਹਨਾਂ ਚੀਜ਼ਾਂ ਨੂੰ ਮੰਨਣਾ ਚਾਹੀਦਾ ਹੈ। ਗੁਰੂ ਜੀ ਜਦੋਂ ਕਹਿਣ ਨਾ ਬੋਲੀਏ ਸੱਚ ਧਰਮ, ਤਾਂ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ ਔਰ ਖੁਸ਼ੀ ਦੇ ਨਾਲ ਸੱਚ ਬੋਲਣਾ ਚਾਹੀਦਾ ਹੈ, ਖੁਸ਼ੀ ਦੇ ਨਾਲ ਆਪਣੇ ਫਰਜ਼ ਪੂਰੇ ਕਰਨੇ ਚਾਹੀਦੇ। ਜਦੋਂ ਗੁਰੂ ਜੀ ਸਾਨੂੰ ਕਹਿਣ ਨਾ ਧੰਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਤਾਂ ਸਾਨੂੰ ਉਦੋਂ ਖੁਸ਼ ਹੋਣਾ ਚਾਹੀਦਾ ਹੈ ਔਰ ਸਾਨੂੰ
ਧੰਨ ਫਿਰ ਉਹੋ ਜਿਹੇ ਬਣਨੇ ਚਾਹੀਦਾ ਜਿਹੋ ਜਿਹਾ ਗੁਰੂ ਜੀ ਚਾਹੁੰਦੇ ਨੇ। ਕਿ ਧੰਨ ਫਿਰ ਉਹਨੂੰ ਨਹੀਂ ਕਹਿੰਦੇ ਜੋ ਇੱਕ ਥਾਂ ਤੇ ਇਕੱਠਾ ਹੋ ਬੈਂਦਾ ਹੈ। ਧੰਨ ਫਿਰ ਉਹਨੂੰ ਕਹਿੰਦੇ ਨੇ ਜੋ ਵੇਖਣ ਨੂੰ ਦੋ ਨੇ ਪਰ ਸੋਚ ਇੱਕ ਹੈ। ਤਾਂ ਸਾਨੂੰ ਖੁਸ਼ੀ ਦੇ ਨਾਲ ਇਹ ਚੀਜ਼ ਅਪਣਾ ਲੈਣੀ ਚਾਹੀਦੀ ਹੈ। ਸਾਨੂੰ ਇਹ ਚੀਜ਼ਾਂ ਸੁਣ ਕੇ ਖੁਸ਼ ਹੋਣਾ ਚਾਹੀਦਾ ਹੈ। ਸਾਨੂੰ ਇਹ ਚੀਜ਼ਾਂ ਖੁਸ਼ ਹੋਣਾ ਚਾਹੀਦਾ ਹੈ ਕਿ ਕੂੜ ਬੋਲ ਮੁਰਦਾਰ ਖਾਏ, ਕਿ ਅਸੀਂ ਕੂੜ ਨਹੀਂ ਬੋਲਣਾ, ਮੁਰਦਾਰ ਨਹੀਂ ਖਾਣਾ। ਖੁਸ਼ੀ ਨਾਲ ਇਹਨਾਂ ਚੀਜ਼ਾਂ ਨੂੰ ਬੰਦਾ ਅਪਣਾਏ ਤਾਂ ਉਹ ਗੁਰਸਿੱਖ ਧੰਨ ਹੈ ਜਿਸ ਦੇ ਮਨ ਅੰਦਰ ਰੱਬੀ ਗੁਣ ਔਰ ਰੱਬੀ ਰਜਾ ਬਾਰੇ ਬਚਨ ਸੁਣ ਕੇ ਖੁਸ਼ੀ ਪੈਦਾ ਹੁੰਦੀ ਹੈ। ਅਗਲਾ ਬਚਨ, ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਮੁਬਾਰਕ ਮੁਬਾਰਕ ਧੰਨ ਹੈ ਉਹ ਗੁਰਸਿੱਖ ਜੋ ਸਤਿਗੁਰ ਦੀ ਸੇਵਾ ਕਰਕੇ ਹਰ ਨਾਮ ਲਿਆ, ਤਾਂ ਜਿਨ੍ਹਾਂ ਹਰੀ ਨਾਮ ਦਾ ਗਿਆਨ ਪ੍ਰਾਪਤ ਕਰ ਲਿਆ, ਰੱਬੀ ਹੁਕਮ ਦੀ ਸੂਝ ਪ੍ਰਾਪਤ ਕਰ ਲਈ, ਰੱਬੀ ਗੁਣਾਂ ਦੀ ਸਮਝ ਹਾਸਲ ਕਰ ਲਈ, ਜੋ ਰੱਬੀ ਗੁਣਾਂ ਦਾ ਧਾਰਨੀ ਹੋ ਗਿਆ। ਹਰ ਨਾਮ ਦਾ ਮਤਲਬ ਰੱਬ ਦਾ ਹੁਕਮ ਜਾਂ ਰੱਬ ਦੇ ਗੁਣ। ਉਹ ਗੁਰਸਿੱਖ ਧੰਨ ਨੇ ਜਿਨ੍ਹਾਂ ਗੁਰੂ ਦੀ ਸੇਵਾ ਕਰਕੇ ਯਾਨੀ ਗੁਰੂ ਦੀ ਦੱਸੇ ਰਾਹ ਤੇ ਚੱਲ ਕੇ ਹਰੀ ਨਾਮ ਨੂੰ ਲੱਭ ਲਿਆ, ਭਾਵ ਰੱਬੀ ਹੁਕਮ ਦੇ ਵਿੱਚ ਤੁਰਿਆ, ਜੋ ਰੱਬੀ ਗੁਣਾਂ ਦਾ ਧਾਰਨੀ ਹੋਇਆ, ਉਹ ਗੁਰਸਿੱਖ ਧੰਨ ਹੈ। ਯਾਨੀ ਜਦੋਂ ਅਸੀਂ ਗੁਰੂ ਦੇ ਦੱਸੇ ਰਾਹ ਤੇ ਤੁਰਾਂਗੇ ਤਾਂ ਉਦੋਂ ਕੇਵਲ ਸਾਡੇ ਜੀਵਨ ਦੇ ਅੰਦਰ ਰੱਬੀ ਗੁਣ ਰਹਿ ਜਾਣਗੇ। ਤਿਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ। ਮੈਂ ਉਸ ਗੁਰਸਿੱਖ ਅੱਗੇ ਆਪਣਾ ਸਿਰ ਨਿਵਾਉਂਦਾ ਹਾਂ, ਨਮਸਕਾਰ ਕਰਦਾ ਹਾਂ, ਜੋ ਗੁਰੂ ਦੇ ਭਾਣੇ ਗੁਰਸਿੱਖ ਤੁਰਦਾ ਹੈ। ਜਿਹੜਾ ਗੁਰਸਿੱਖ ਗੁਰੂ ਦੀ ਰਜਾ ਵਿੱਚ ਤੁਰ ਰਿਹਾ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਗੁਰਸਿੱਖ ਅੱਗੇ ਮੈਂ ਸਿਰ ਨਿਵਾਉਂਦਾ ਹਾਂ, ਮੈਂ ਨਮਸਕਾਰ ਕਰਦਾ ਹਾਂ, ਭਾਵ ਮੈਂ ਉਹਦਾ ਆਦਰ ਕਰਦਾ ਹਾਂ, ਮੈਂ ਸਤਿਕਾਰ ਕਰਦਾ ਹਾਂ, ਨਿਮਰਤਾ ਦੇ ਨਾਲ, ਪਿਆਰ ਦੇ ਨਾਲ ਉਹਦੇ ਨਾਲ ਵਿਵਹਾਰ ਕਰਦਾ ਹਾਂ, ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ। ਤਾਂ ਮਾਣ, ਆਦਰ, ਸਤਿਕਾਰ, ਸੁਖ, ਸ਼ਾਂਤੀ, ਖੁਸ਼ੀ, ਪ੍ਰਸੰਨਤਾ, ਖੇੜਾ ਉਸ ਇਨਸਾਨ ਨੂੰ ਮਿਲੇਗਾ ਜੋ ਗੁਰੂ ਦੇ ਭਾਣੇ ਵਿੱਚ ਚੱਲੇਗਾ। ਮਤਲਬ ਜੋ ਗੁਰੂ ਦੀ ਪਾਵਨ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੇਗਾ, ਜੋ ਗੁਰਮਤਿ ਦਾ ਧਾਰਨੀ ਹੋਵੇਗਾ। ਸ਼ਲੋਕ ਮਹਿਲਾ ਤੀਜਾ, ਮਨ ਹਟ ਕਿਨੈ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਕਿਸੇ ਵੀ ਮਨੁੱਖ ਨੇ ਮਨ ਦੇ ਹੱਟ ਦੇ ਨਾਲ ਰੱਬ ਨੂੰ ਨਹੀਂ ਲੱਭਿਆ, ਰੱਬ ਨੂੰ ਨਹੀਂ ਪਾਇਆ। ਕਿਸੇ ਨੇ ਵੀ ਮਨ ਦੇ ਹੱਟ ਦੇ ਨਾਲ ਸੁਖ ਨਹੀਂ ਪਾਇਆ, ਸ਼ਾਂਤੀ ਨਹੀਂ ਪਾਈ, ਆਨੰਦ ਨਹੀਂ ਪਾਇਆ। ਸਭ ਥੱਕੇ ਕਰਮ ਕਮਾਏ। ਸਾਰੇ ਜੀਵ, ਅਨੇਕਾਂ ਜੀਵ ਮਨਹਟ ਦੇ ਕਰਮ ਕਰ ਕਰਕੇ ਓੜਕ ਨੂੰ ਥੱਕ ਗਏ, ਹਾਰ ਗਏ, ਪਰ ਰੱਬ ਨਹੀਂ ਲੱਭਿਆ। ਰੱਬ ਨੂੰ ਉਹਨਾਂ ਨੇ ਪਾਇਆ ਨਹੀਂ। ਬੇਸ਼ੱਕ ਉਹ ਜਲਾਂ ਥਲਾਂ ਦੇ ਅੰਦਰ ਪਰਿਪੂਰਨ ਹੈ, ਪਰ ਮਨਹਟ ਨਾਲ ਨਹੀਂ ਮਿਲਿਆ। ਮਨਹਟ ਕਿਨੇ ਨਾ ਪਾਇਓ, ਕਿਨੇ ਦਾ ਮਤਲਬ ਕਿਸੇ ਨੇ ਵੀ, ਚਾਹੇ ਉਹ ਕਿੱਡੀ ਵੱਡੀ ਹਸਤੀ ਹੈ, ਮਨਹਟ ਦੇ ਕਰਮਾਂ ਦੇ ਨਾਲ ਨਹੀਂ ਮਿਲੇਗਾ। ਸਭ ਲੋਕ ਮਨਹਠੀ ਕਰਮ ਕਰ ਕਰਕੇ ਥੱਕ ਗਏ, ਹਾਰ ਗਏ, ਪਰ ਨਹੀਂ ਮਿਲਿਆ। ਹੁਣ ਮਨਹਟ ਦੇ ਕਰਮ ਕਿਹੜੇ ਨੇ? ਕਿ ਰੱਬੀ ਰਜਾ ਵਿੱਚ ਤੇ ਜ਼ਿੰਦਗੀ ਨਾ ਜੀਣੀ, ਗੁਰੂ ਦੇ ਗਿਆਨ ਮੁਤਾਬਕ ਜੀਵਨ ਤਾਂ ਨਾ ਜੀਣਾ, ਤੇ ਇਹ ਸੋਚਣਾ ਕਿ ਮੈਂ ਇਹਨਾਂ ਨੇਮਾਂ ਤੋਂ ਉਲਟ ਚੱਲ ਕੇ ਵੀ ਸੁਖ ਸ਼ਾਂਤੀ ਪਾ ਲਵਾਂਗਾ ਜਾਂ ਰੱਬ ਨੂੰ ਪਾ ਲਵਾਂਗਾ। ਮਿਸਾਲ ਵਜੋਂ ਸੋਚੈ ਸੋਚ ਨਾ ਹੋਵਈ, ਜਪਜੀ ਸਾਹਿਬ ਵਿੱਚ ਦੱਸਿਆ ਨਾ ਗੁਰੂ ਜੀ ਨੇ, ਸੋਚੈ ਸੋਚ ਨਾ ਹੋਵੇ ਦਾ ਮਤਲਬ ਕਿ ਸਰੀਰ ਨੂੰ ਪਵਿੱਤਰ ਕਰਨ ਦੇ ਨਾਲ ਮਨ ਕਦੇ ਵੀ ਪਵਿੱਤਰ ਨਹੀਂ ਹੁੰਦਾ। ਤੇ ਜੇ ਕੋਈ ਬੰਦਾ ਇਹ ਕਹੇ ਕਿ ਮੈਂ ਤੀਰਥਾਂ ਤੇ ਨਹਾ ਕੇ ਤੇ ਆਪਣੇ ਮਨ ਨੂੰ ਸੁੱਚਾ ਕਰ ਲਵਾਂਗਾ, ਕਦੇ ਵੀ ਨਹੀਂ ਹੋਣਾ। ਜੇ ਕੋਈ ਬੰਦਾ ਕਹੇ ਕਿ ਤੀਰਥਾਂ ਤੇ ਨਹਾ ਕੇ ਰੱਬ ਨੂੰ ਲੱਭ ਲਾਂਗਾ, ਤਾਂ ਕਦੇ ਵੀ ਨਹੀਂ ਲੱਭਣਾ, ਕਦੇ ਵੀ ਨਹੀਂ ਮਿਲਣਾ। ਕਿਉਂਕਿ ਮਨਹਟ ਇਸੇ ਨੂੰ ਕਹਿੰਦੇ ਨੇ ਕਿ ਮੈਂਟੈਲਿਟੀ ਨੂੰ ਸਾਫ਼ ਨਹੀਂ ਕਰਨਾ, ਸੋਚ ਨੂੰ ਨਹੀਂ ਬਦਲਣਾ ਤੇ ਤੀਰਥਾਂ ਤੇ ਨਹਾਈ ਜਾਣਾ ਹੈ, ਇਹਨੂੰ ਕਹਿੰਦੇ ਨੇ ਮਨਹਟ ਕਰਮ। ਯਾਨੀ ਸੱਚ ਨੂੰ ਛੱਡ ਕੇ ਉਲਟ ਰਾਹਾਂ ਤੇ ਚੱਲ ਕੇ ਪਾਣ ਦਾ ਯਤਨ ਕਰਨਾ। ਚੁੱਪੈ ਚੁੱਪ ਨਾ ਹੋਵਈ। ਹੁਣ ਬਾਹਰੀ ਚੁੱਪ ਕਰਨ ਦੇ ਨਾਲ, ਸਮਾਧੀਆਂ ਲਾਉਣ ਦੇ ਨਾਲ ਮਨ ਪੂਰੀ ਸ਼ਾਂਤ ਹੋ ਜਾਂਦਾ। ਤੇ ਜੇ ਕੋਈ ਬੰਦਾ ਕਹੇ ਕਿ ਮੈਂ ਤੇ ਸਮਾਧੀ ਲਾ ਕੇ ਰੱਬ ਨੂੰ ਪਾ ਲੈਣਾ, ਤਾਂ ਇਹ ਐਸਾ ਕਦੇ ਵੀ ਨਹੀਂ ਹੋਣਾ। ਮਨਹਟ ਨਾਲ ਥੋੜਾ ਮਿਲੇਗਾ। ਤੇ ਮਨਹਟ ਚੱਲਣਾ ਤੇ ਰੱਬ ਦੀ ਰਜਾ ਵਿੱਚ ਸੀ, ਤੇ ਇਹ ਤੇ ਰੱਬ ਦੀ ਰਜਾ ਤੋਂ ਉਲਟ ਰੱਬ ਨੇ ਜ਼ਬਾਨ ਨੂੰ ਚੁੱਪ ਕਰਨ ਲਈ ਥੋੜਾ ਦਿੱਤੀ ਹੈ, ਬੋਲਣ ਵਾਸਤੇ ਦਿੱਤੀ ਹੈ। ਰੱਬ ਨੇ ਕੰਨ ਸੁਣਨ ਵਾਸਤੇ ਦਿੱਤੇ ਨੇ,
ਰੱਬ ਨੇ ਹੱਥ ਕੰਮ ਕਰਨ ਵਾਸਤੇ ਦਿੱਤੇ ਨੇ, ਪੈਰ ਤੁਰਨ ਲਈ ਦਿੱਤੇ ਨੇ, ਅੱਖਾਂ ਵੇਖਣ ਲਈ ਦਿੱਤੀਆਂ ਨੇ, ਦਿਮਾਗ ਸੋਚਣ ਲਈ ਦਿੱਤਾ ਹੈ। ਤੇ ਜੇ ਬੰਦਾ ਬਹਿ ਜਾਏ ਕਿ ਮੈਂ ਦਿਮਾਗ ਨਾਲ ਸੋਚਣਾ ਬੰਦ ਕਰਨਾ, ਮੈਡੀਟੇਸ਼ਨ ਕਰਨਾ ਹੈ ਜੀ, ਮੈਂ ਤੇ ਥੌਟਲੈਸ ਅਵਸਥਾ ਵਿੱਚ ਜਾਣਾ, ਤੇ ਰੱਬ ਨੇ ਜੇ ਥੌਟਲੈਸ ਅਵਸਥਾ ਵਿੱਚ ਰੱਖਣਾ ਹੁੰਦਾ ਤੇ ਰੱਬ ਦਿਮਾਗ ਬਣਾਉਂਦਾ ਹੀ ਨਾ, ਵੀ ਤੁਰਿਆ ਫਿਰ ਡੰਗਰਾਂ। ਰੱਬ ਨੇ ਸੋਚਣ ਲਈ ਦਿੱਤਾ ਹੈ, ਸੋਚੋ ਪਰ ਚੰਗਾ ਸੋਚੋ। ਜ਼ਬਾਨ ਰੱਬ ਨੇ ਬੋਲਣ ਲਈ ਦਿੱਤੀ ਹੈ, ਬੋਲੋ ਪਰ ਚੰਗਾ ਬੋਲੋ, ਸੱਚ ਬੋਲੋ। ਕੰਨ ਸੁਣਨ ਲਈ ਦਿੱਤੇ ਨੇ ਪਰ ਚੰਗਾ ਸੁਣੋ। ਹੱਥ ਕਰਨ ਲਈ ਦਿੱਤੇ ਨੇ, ਚੰਗਾ ਕਰੋ। ਯਾਨੀ ਸੱਚ ਨੂੰ ਛੱਡ ਕੇ ਹੋਰ ਕਰਮ ਕਰਨੇ, ਇਹਨੂੰ ਕਹਿੰਦੇ ਨੇ ਮਨ ਹਟ। ਤਾਂ ਗੁਰੂ ਜੀ ਕਹਿੰਦੇ ਨੇ ਮਨ ਹਟ ਕਰਮਾਂ ਦੇ ਨਾਲ ਕਦੇ ਵੀ ਕਿਸੇ ਨੇ ਪ੍ਰਭੂ ਨੂੰ ਨਹੀਂ ਪਾਇਆ। ਸਾਰੇ ਕਰਮ ਕਮਾ ਕਮਾ ਕੇ ਥੱਕ ਗਏ ਨੇ, ਹਾਰ ਗਏ ਨੇ। ਹੁਣ ਤੁਸੀਂ ਵੱਡੀਆਂ ਵੱਡੀਆਂ ਹਸਤੀਆਂ ਨੂੰ ਮਿਲ ਲਓ ਕਿ ਰੱਬ ਦੇ ਰਜ਼ਾ ਭਾਣੇ ਵਿੱਚ ਨਾ ਚੱਲ ਕੇ ਕੀ ਕੋਈ ਵੱਡੇ ਤੋਂ ਵੱਡੀ ਹਸਤੀ ਧਾਰਮਿਕ ਭਾਵੇਂ ਦੁਨੀਆ ਵਿੱਚ ਹੋਵੇ ਕਿਤੇ ਵੀ ਕੀ ਉਹ ਪਾ ਸਕਦਾ? ਬਿਲਕੁਲ ਵੀ ਨਹੀਂ, ਕਿਉਂਕਿ ਮਨ ਹਟ ਕਿਨੇ ਨਾ ਪਾਇਓ, ਕਿਸੇ ਨੇ ਵੀ ਨਹੀਂ ਪਾਇਆ। ਮਨ ਹਠ ਭੇਖ ਕਰ ਭਰਮ ਦੇ, ਦੁੱਖ ਪਾਇਆ ਦੂਜੇ ਪਾਏ। ਮਨ ਹਠ ਦਾ ਮਤਲਬ ਮਨ ਦੇ ਹੱਟ ਦੇ ਨਾਲ, ਭੇਖ ਕਰ ਦਾ ਮਤਲਬ ਬਾਹਰਲੇ ਭੇਖ ਧਾਰਨ ਕਰਕੇ, ਧਾਰਮਿਕ ਚਿੰਨ੍ਹ ਧਾਰਨ ਕਰਕੇ, ਆਪਣੇ ਆਪਣੇ ਵੱਖਰੇ ਵੱਖਰੇ ਭੇਸ਼ ਬਣਾ ਕੇ। ਕਿਸੇ ਨੇ ਗੇਰੂਆ ਪਾ ਲਿਆ, ਕਿਸੇ ਨੇ ਨੀਲਾ ਪਾ ਲਿਆ, ਹਰਾ ਪਾ ਲਿਆ, ਪੀਲਾ ਪਾ ਲਿਆ, ਕਿਸੇ ਨੇ ਚੋਲਾ ਲੰਮਾ ਸਵਾ ਲਿਆ, ਕਿਸੇ ਨੇ ਛੋਟਾ ਸਵਾ ਲਿਆ, ਕਿਸੇ ਨੇ ਕੋਈ ਭੇਖ ਨੇ ਨਾ ਬਾਹਰੀ ਤੌਰ ਤੇ ਸਰੀਰਕ ਭੇਸ਼ ਬਣਾ ਲਿਆ। ਕਿਸੇ ਨੇ ਜਟਾਂ ਵਢਾ ਲਈਆਂ, ਕੋਈ ਰੁੰਡ ਮੁੰਡ ਹੋ ਗਿਆ, ਕੋਈ ਉਲਟਾ ਲਟਕ ਗਿਆ ਤੇ ਕੋਈ ਸਿਰ ਦੇ ਵਿੱਚ ਸੁਆਹ ਪਾ ਬੈਠਾ, ਕੋਈ ਜੰਗਲਾਂ ਵਿੱਚ ਵਿਚਰ ਗਿਆ, ਕੋਈ ਪਹਾੜਾਂ ਵਿੱਚ ਚੜ ਗਿਆ, ਔਰ ਕਈਆਂ ਨੇ ਭੇਖ ਧਾਰਨ ਕਰ ਲਏ, ਅਨੇਕਾਂ ਭੇਸ਼। ਗੁਰੂ ਜੀ ਕਹਿੰਦੇ ਨੇ ਮਨ ਦੇ ਹੱਟ ਦੇ ਨਾਲ ਸਰੀਰਕ ਤੌਰ ਤੇ ਧਾਰਮਿਕ ਭੇਖ ਧਾਰਨ ਕਰ ਕਰਕੇ ਲੋਕ ਭਰਮ ਦੇ ਫਿਰਦੇ ਨੇ, ਭਟਕਦੇ ਫਿਰਦੇ ਨੇ, ਜੀਵਨ ਦੇ ਅਸਲ ਰਾਹ ਤੋਂ ਖੁੰਝੇ ਹੋਏ ਨੇ। ਦੁੱਖ ਪਾਇਆ ਦੂਜੇ ਪਾਏ, ਤੇ ਦੂਜੇ ਭਾਵ ਕਰਕੇ ਉਹ ਦੁੱਖ ਪਾ ਰਹੇ ਨੇ ਮੇਰ ਤੇਰ ਦੇ ਵਿਤਕਰੇ। ਜੇ ਨਹੀਂ ਤਾਂ ਦੇਖ ਲਓ, ਸਾਹਮਣੇ ਸਾਨੂੰ ਦਿਸ ਰਿਹਾ ਹੈ ਕਿੰਨੇ ਧਾਰਮਿਕ ਲੋਕ ਨੇ, ਭੇਖ ਧਾਰਨ ਕੀਤੇ ਨੇ, ਲੇਕਿਨ ਆਪਸ ਵਿੱਚ ਨਹੀਂ ਬਣਦੀ, ਬਾਬਿਆਂ ਦੀ ਨਹੀਂ ਬਣਦੀ। ਅਸੀਂ ਤੇ ਚਲੋ ਗ੍ਰਸਤੀ ਹਾਂ, ਸਾਨੂੰ ਤਾਂ ਭੁੱਲੇ ਭਟਕੇ ਕਹਿ ਲਓ, ਕੋਈ ਸ਼ਬਦ ਵਰਤ ਲਓ, ਕੋਈ ਪ੍ਰੋਬਲਮ ਨਹੀਂ ਹੈ। ਪਰ ਜਿਹੜੇ ਆਪਣੇ ਆਪ ਨੂੰ ਧਰਮੀ ਸਮਝ ਰਹੇ ਨੇ, ਕਿਸੇ ਬ੍ਰਹਮ ਗਿਆਨੀ ਬਾਬੇ ਤਿਆਗੀ ਆ, ਉਹਨਾਂ ਦੀ ਜਿੰਨੀ ਡਾਂਗ ਖੜਕਦੀ ਉਨੀ ਸਾਡੀ ਤੇ ਨਹੀਂ ਖੜਕਦੀ, ਉਨੀ ਸਾਡੀ ਤੇ ਨਹੀਂ ਖੜਕਦੀ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਕਹਿੰਦੇ ਨੇ ਮਨ ਹਟ ਕਰਕੇ, ਭੇਖ ਧਾਰਨ ਕਰ ਕਰਕੇ ਲੋਕ ਜੀਵਨ ਦੇ ਅਸਲ ਰਾਹ ਤੋਂ ਭਟਕੇ ਹੋਏ ਦੁੱਖ ਪਾ ਰਹੇ ਨੇ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਰਿੱਧੀਆਂ ਔਰ ਸਿੱਧੀਆਂ ਨਿਰੋਲ ਮੋਹ ਰੂਪ ਨੇ। ਇਹਨਾਂ ਕਰਕੇ ਪ੍ਰਭੂ ਦਾ ਨਾਮ, ਰੱਬੀ ਗੁਣ ਹਿਰਦੇ ਵਿੱਚ ਆਣ ਕੇ ਨਹੀਂ ਵਸਦੇ। ਰਿੱਧ ਸਿੱਧ ਦਾ ਮਤਲਬ, ਰਿੱਧ ਦਾ ਮਤਲਬ ਰਿੱਧੀਆਂ ਧਨ ਦੌਲਤ, ਤੇ ਸਿੱਧ ਦਾ ਮਤਲਬ ਕਰਾਮਾਤਾਂ। ਧਨ ਦੌਲਤ, ਕਰਾਮਾਤਾਂ, ਇਹ ਸਭ ਮੋਹ ਦਾ ਕਾਰਨ ਹੈ। ਮੋਹ ਦੇ ਕਾਰਨ ਕਰਕੇ ਬੰਦਾ ਰਿੱਧੀਆਂ ਸਿੱਧੀਆਂ ਦੇ ਵਿੱਚ ਪਿਆ ਰਹਿੰਦਾ ਹੈ। ਤੇ ਐਸੇ ਰਾਹ ਦੇ ਉੱਤੇ ਤੁਰਨ ਕਰਕੇ, ਰਿੱਧੀਆਂ ਸਿੱਧੀਆਂ ਦੇ ਚੱਕਰ ਵਿੱਚ ਪੈਣ ਕਰਕੇ ਨਾਮ ਨਾ ਵਸੇ ਮਨ ਆਏ। ਜੋ ਰੱਬੀ ਸਿਫਤ ਸਲਾਹ ਹੈ ਉਹ ਇਹਦੇ ਮਨ ਵਿੱਚ ਆਣ ਕੇ ਵਸਦੀ ਨਹੀਂ। ਹੁਣ ਜੇ ਕੋਈ ਬੰਦਾ ਇਹ ਚਾਹੇ ਕਿ ਮੇਰੇ ਕੋਲ ਬਹੁਤ ਸਾਰਾ ਧਨ ਦੌਲਤ ਹੋਵੇ, ਦੇਖੋ ਧਨ ਕਮਾਣਾ ਹਰ ਬੰਦੇ ਦਾ ਹੱਕ ਹੈ, ਹਰ ਬੰਦੇ ਦਾ ਫਰਜ਼ ਹੈ। ਸੱਚੀ ਕਿਰਤ ਕਰਨੀ ਹਰ ਇਨਸਾਨ ਦਾ ਫਰਜ਼ ਹੈ। ਪਰ ਜੇ ਕੋਈ ਇਹ ਕਹੇ ਕਿ ਧਨ ਦੇ ਬਲ ਦੇ ਨਾਲ ਮੇਰੇ ਜੀਵਨ ਵਿੱਚ ਸੁੱਖ ਜਾਂ ਪ੍ਰੇਮ ਜਾਂ ਸੱਚਾਈ ਜਾਂ ਦਇਆ ਜਾਂ ਇਨਸਾਨੀਅਤ ਆ ਜਾਏ, ਤਾਂ ਇਹ ਗੱਲ ਗਲਤ ਹੋਈ। ਜੇ ਐਵੇਂ ਹੋ ਸਕਦਾ ਹੁੰਦਾ, ਧਨ ਦੌਲਤ ਦੇ ਨਾਲ ਇਹ ਦਾਤਾਂ ਮਿਲਦੀਆਂ ਹੁੰਦੀਆਂ, ਖਰੀਦੀਆਂ ਜਾ ਸਕਦੀਆਂ, ਤਾਂ ਜਿੰਨੇ ਵੀ ਅਮੀਰ ਲੋਕ ਨੇ ਧਨ ਕਰਕੇ, ਉਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਬੇਈਮਾਨ ਨਹੀਂ ਸੀ ਹੋਣਾ ਚਾਹੀਦਾ। ਉਹਨਾਂ ਚੋਂ ਇੱਕ ਵੀ ਬੰਦਾ ਨਿਰਦਈ ਨਹੀਂ ਸੀ ਹੋਣਾ ਚਾਹੀਦਾ। ਉਹਨਾਂ ਚੋਂ ਇੱਕ ਵੀ ਬੰਦਾ ਝੂਠ ਬੋਲਣ ਵਾਲਾ, ਫਰੇਬ ਬੋਲਣ ਵਾਲਾ ਨਹੀਂ ਸੀ। ਉਹਨਾਂ ਦੇ ਅੰਦਰ ਇਨਸਾਨੀਅਤ ਚਾਹੀਦੀ ਸੀ, ਉਹਨਾਂ ਦੇ ਜੀਵਨ ਵਿੱਚ ਸੁੱਖ ਸ਼ਾਂਤੀ ਚਾਹੀਦੀ ਸੀ। ਪਰ ਐਸਾ ਹੈ ਨਹੀਂ ਨਾ। ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਇਹ ਕਿਸੇ ਅਮੀਰ ਦੇ ਘਰ ਵਿੱਚ ਵੀ ਹੋ ਸਕਦਾ ਹੈ, ਕਿਸੇ ਗਰੀਬ ਦੇ ਘਰ ਵਿੱਚ ਵੀ ਹੋ ਸਕਦਾ ਹੈ, ਕਿਉਂਕਿ ਇਹਦਾ ਸੰਬੰਧ ਧਨ ਪਦਾਰਥ ਦੇ ਨਾਲ ਨਹੀਂ, ਇਹਦਾ ਸੰਬੰਧ ਸੋਚ ਦੇ ਨਾਲ। ਤੇ ਜਿਹੜੇ ਸਿੱਧੀਆਂ ਵਾਲੇ ਨੇ, ਸਿੱਧੀਆਂ ਵਿੱਚ ਵਿਸ਼ਵਾਸ ਰੱਖਦੇ ਨੇ, ਕਰਾਮਾਤਾਂ ਵਿੱਚ, ਕੀ ਕਰਾਮਾਤਾਂ ਦੇ ਨਾਲ
ਬੰਦੇ ਦੇ ਜੀਵਨ ਦੇ ਅੰਦਰ ਇਨਸਾਨੀਅਤ ਪੈਦਾ ਹੋ ਸਕਦੀ ਹੈ, ਰੱਬ ਮਿਲ ਸਕਦਾ ਹੈ। ਜੇ ਐਸਾ ਹੋ ਸਕਦਾ ਹੁੰਦਾ ਤਾਂ ਦੇਖੋ ਅੱਜ ਤੇ ਕਰਾਮਾਤਾਂ ਵਰਤ ਨਹੀਂ ਰਹੀਆਂ, ਕਿਉਂਕਿ ਅੱਜ ਕੱਲ ਕੈਮਰੇ ਨੇ, ਥਾਂ ਥਾਂ ਤੇ ਸੀਸੀਟੀ ਕੈਮਰੇ ਲੱਗੇ ਨੇ, ਉਹ ਚਲਾਕੀਆਂ ਫੜੀਆਂ ਜਾਂਦੀਆਂ ਨੇ, ਪਹਿਲੋਂ ਕਰਾਮਾਤਾਂ ਵਰਤਦੀਆਂ ਸਨ। ਚਲੋ ਖੈਰ, ਜੇ ਹੁਣ ਵੀ ਮੰਨ ਲਓ ਕਿ ਪਹਿਲੇ ਯੁਗਾਂ ਵਿੱਚ ਕਰਾਮਾਤਾਂ ਹੈ ਸਨ, ਜਾਂ ਕੁਛ ਬਾਬੇ ਕੋਲ ਕਰਾਮਾਤ ਸੀ, ਜਾਂ ਰਿੱਧਾ ਸਿੱਧਾਂ ਕੋਲ ਕਰਾਮਾਤਾਂ ਸੀ, ਤਾਂ ਉਹਨਾਂ ਕਰਾਮਾਤਾਂ ਦੇ ਨਾਲ ਉਹ ਇਨਸਾਨ ਦੇ ਵਿੱਚੋਂ ਬੁਰਾਈਆਂ ਕੱਢ ਦਿੰਦੇ। ਉਹਨਾਂ ਕਰਾਮਾਤਾਂ ਨਾਲ ਆਪਣੀ ਕਰਾਮਾਤ ਵਿਖਾਉਂਦੇ ਤੇ ਇਸ ਦੁਨੀਆ ਦੇ ਵਿੱਚੋਂ ਝੂਠ ਫਰੇਬ ਖਤਮ ਕਰ ਦਿੰਦੇ, ਪਾਪ ਅਪਰਾਧ ਮੁਕਾ ਦਿੰਦੇ, ਧਰਮ ਲਾਗੂ ਹੋ ਜਾਂਦਾ, ਹਰ ਇਨਸਾਨ ਆਪਣੇ ਫਰਜ਼ ਪੂਰੇ ਕਰਦਾ, ਸੱਚਾ ਸੁੱਚਾ ਹੁੰਦਾ, ਇਨਸਾਨੀਅਤ ਉਹਦੇ ਅੰਦਰ ਹੁੰਦੀ। ਕਰਾਮਾਤ ਕੋਈ ਐਸੀ ਮਾਰਦੇ ਵੀ ਜਿਹੜਾ ਵੀ ਬੰਦਾ ਝੂਠ ਬੋਲੇਗਾ ਉਹ ਅੰਨਾ ਹੋ ਜਾਏਗਾ, ਜਿਹੜਾ ਬੰਦਾ ਚੋਰੀ ਕਰਨ ਜਾਏਗਾ ਉਹਦੀਆਂ ਦੋਵੇਂ ਲੱਤਾਂ ਉਸ ਵੇਲੇ ਟੁੱਟ ਜਾਣਗੀਆਂ, ਜਦੋਂ ਵਿਚਾਰ ਆਏਗਾ ਨਾ ਚੋਰੀ ਕਰਨ ਦੇ ਦੋਵੇਂ ਲੱਤਾਂ ਟੁੱਟ ਜਾਣਗੀਆਂ। ਇਹੋ ਜਿਹੀ ਕੋਈ ਕਰਾਮਾਤ ਵਰਤਾ ਦਿੰਦੇ ਬੰਦੇ, ਚੋਰੀਆਂ ਕਰਦੇ ਨਾ, ਪਰ ਐਵੇਂ ਹੋ ਨਹੀਂ ਨਾ ਸਕਦਾ। ਜੇ ਹੋ ਸਕਦਾ ਹੁੰਦਾ ਹੋਣਾ ਸੀ ਨਾ, ਇਹਦਾ ਮਤਲਬ ਕਰਾਮਾਤਾਂ ਵੀ ਸਾਡਾ ਇੱਕ ਵਹਿਮ ਹੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਰਿੱਧੀਆਂ ਸਿੱਧੀਆਂ ਇਹਨਾਂ ਰਾਹੀਂ ਰੱਬ ਦੀ ਰਜ਼ਾ ਦੇ ਨਾਲ ਨਹੀਂ ਜੁੜਿਆ ਜਾਂਦਾ, ਇਹ ਸਾਰਾ ਮੋਹ ਦਾ ਸਾਧਨ ਨੇ, ਪਕੜ ਹੈ, ਸੈਲਫਿਸ਼ਨੈਸ ਹੈ, ਹੋਰ ਕੁਛ ਨਹੀਂ ਹੈ। ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਰਿੱਧੀਆਂ ਸਿੱਧੀਆਂ ਨਾਲ ਕੁਛ ਨਹੀਂ ਹੁੰਦਾ, ਗੁਰੂ ਦੀ ਸੇਵਾ ਦੇ ਨਾਲ ਮਨ ਨਿਰਮਲ ਹੁੰਦਾ ਹੈ। ਗੁਰੂ ਦੀ ਸੇਵਾ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰਿਆ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਇਆ, ਗੁਰੂ ਦੇ ਗਿਆਨ ਦੀ ਵਰਤੋਂ ਕੀਤਿਆਂ ਮਨ ਨਿਰਮਲ ਹੁੰਦਾ ਹੈ। ਅਗਿਆਨ ਅੰਧੇਰਾ ਜਾਏ ਤੇ ਜ਼ਿੰਦਗੀ ਅੰਦਰੋਂ ਅਗਿਆਨਤਾ ਦਾ ਹਨੇਰਾ ਮੁੱਕ ਜਾਂਦਾ ਹੈ, ਅਗਿਆਨਤਾ ਖਤਮ ਹੋ ਜਾਂਦੀ ਹੈ, ਜੀਵਨ ਦੀ ਅਸਲੀਅਤ ਦੀ ਸਮਝ ਆਉਂਦੀ ਹੈ। ਸੱਚ ਕੀ ਹੈ, ਝੂਠ ਕੀ ਹੈ, ਗਲਤ ਕੀ ਹੈ, ਠੀਕ ਕੀ ਹੈ, ਧਰਮ ਕੀ ਹੈ, ਅਧਰਮ ਕੀ ਹੈ, ਇਹਨਾਂ ਚੀਜ਼ਾਂ ਦੀ ਸਮਝ ਆ ਜਾਂਦੀ ਹੈ, ਵਿਵੇਕ ਬੁੱਧ ਮਿਲ ਜਾਂਦੀ ਹੈ, ਕਾਮਨ ਸੈਂਸ ਪੈਦਾ ਹੋ ਜਾਂਦੀ ਹੈ, ਮਨ ਵਿਕਾਰਾਂ ਤੋਂ ਨਿਰਮਲ ਹੋ ਜਾਂਦਾ ਹੈ, ਅਗਿਆਨਤਾ ਮਿਟ ਜਾਂਦੀ ਹੈ। ਕਦੋਂ? ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਗੁਰੂ ਦੀ ਸੇਵਾ ਕੀਤੀ, ਗੁਰੂ ਦੇ ਦੱਸੇ ਰਾਹ ਤੇ ਤੁਰਿਆ। ਨਾਮ ਰਤਨ ਘਰ ਪ੍ਰਗਟ ਹੋਵਾ, ਨਾਨਕ ਸਹਿਜ ਸੁਭਾਏ। ਘਰ ਦਾ ਮਤਲਬ ਘਰ ਵਿੱਚ, हे ਨਾਨਕ ਨਾਮ ਰੂਪ ਰਤਨ ਹਿਰਦੇ ਵਿੱਚ ਹੀ ਪ੍ਰਤੱਖ ਹੋ ਜਾਂਦਾ ਹੈ, ਰੱਬ ਜਿਹੜਾ ਹੈ ਹਿਰਦੇ ਵਿੱਚ ਹੀ ਪ੍ਰਗਟ ਹੋ ਜਾਂਦਾ ਹੈ। ਨਾਨਕ ਸਹਿਜ ਸੁਭਾਏ ਦਾ ਮਤਲਬ ਸਹਿਜ ਅਵਸਥਾ ਵਿੱਚ ਮਨੁੱਖ ਲੀਨ ਹੋ ਜਾਂਦਾ ਹੈ, ਸੁਭਾਏ ਨਹੀਂ ਸੌਰੀ ਸਮਾਏ, ਨਾਨਕ ਸਹਿਜ ਸਮਾਏ, ਸਹਿਜ ਦੇ ਅੰਦਰ ਬੰਦਾ ਸਮਾ ਜਾਂਦਾ ਹੈ। ਸਹਿਜ ਵਿੱਚ ਸਮਾਨ ਦਾ ਮਤਲਬ ਮਨ ਬਚਨ ਔਰ ਕਰਮ ਕਰਕੇ ਇੱਕ ਹੋ ਜਾਂਦਾ ਹੈ, ਤੇ ਜਦੋਂ ਬੰਦਾ ਮਨ ਬਚਨ ਔਰ ਕਰਮ ਕਰਕੇ ਇੱਕ ਹੋ ਜਾਂਦਾ ਹੈ, ਅੰਦਰੋਂ ਨਾਮ ਪ੍ਰਗਟ ਹੋ ਜਾਂਦਾ ਹੈ, ਰੱਬ ਪ੍ਰਗਟ ਹੋ ਜਾਂਦਾ ਹੈ, ਅੰਦਰੋਂ ਰੱਬ ਪ੍ਰਗਟ ਹੋ ਜਾਂਦਾ ਹੈ, ਗਿਆਨ ਪ੍ਰਗਟ ਹੋ ਜਾਂਦਾ ਹੈ, ਰੱਬੀ ਹੁਕਮ ਦੀ ਸਮਝ ਆ ਜਾਂਦੀ ਹੈ, ਰੱਬੀ ਗੁਣ ਪ੍ਰਗਟ ਹੋ ਜਾਂਦਾ ਹੈ। ਮਹਿਲਾ ਤੀਜਾ, ਸ਼ਬਦੈ ਸਾਧ ਨਾ ਆਇਓ, ਨਾਮ ਨਾ ਲੱਗੋ ਪਿਆਰ। ਹੁਣ ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਚੋਂ ਰਸ ਨਹੀਂ ਆਇਆ, ਸਾਧ ਦਾ ਮਤਲਬ ਸਵਾਦ, ਰਸ, ਸ਼ਬਦੈ ਸਾਧ ਨਾ ਆਇਓ, ਜਿਹਨੂੰ ਗੁਰੂ ਦੇ ਸ਼ਬਦ ਵਿੱਚ ਰਸ ਨਹੀਂ ਆਉਂਦਾ। ਹੁਣ ਸ਼ਬਦ ਦਾ ਮਤਲਬ ਹੈ ਉਪਦੇਸ਼, ਗੁਰੂ ਦੇ ਸਿਧਾਂਤ, ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ। ਹੁਣ ਜਿਹਨੂੰ ਗੁਰੂ ਦੀ ਵਿਚਾਰਧਾਰਾ ਵਿੱਚੋਂ ਰਸ ਨਹੀਂ ਆ ਰਿਹਾ, ਨਾਮ ਨਾ ਲੱਗੋ ਪਿਆਰ, ਔਰ ਜਿਹਦਾ ਰੱਬੀ ਹੁਕਮ ਦੇ ਵਿੱਚ ਪਿਆਰ ਨਹੀਂ ਲੱਗਾ, ਮੀਨਸ ਰੱਬੀ ਹੁਕਮ ਦੇ ਨਾਲ ਪਿਆਰ ਨਹੀਂ ਹੈ, ਰੱਬੀ ਹੁਕਮ ਵਿੱਚ ਤੁਰਨ ਨਾਲ ਪਿਆਰ ਨਹੀਂ ਕਰਦਾ, ਔਰ ਗੁਰੂ ਦੇ ਸ਼ਬਦ ਚੋਂ ਰਸ ਨਹੀਂ ਲੈ ਰਿਹਾ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਫਿਰ ਐਸਾ ਮਨੁੱਖ ਕੀ ਬੋਲੇ ਕਰੇਗਾ? ਜ਼ਬਾਨ ਦੇ ਨਾਲ ਉਹ ਫਿੱਕਾ ਬੋਲੇਗਾ ਤੇ ਨਿਤ ਹੀ ਖੁਆਰ ਹੋਏਗਾ, ਦੁਖੀ ਹੋਏਗਾ। ਐਸਾ ਮਨੁੱਖ ਜਿਹਦੇ ਗੁਰੂ ਦੇ ਸ਼ਬਦ ਨਾਲ ਜਿਹਦੀ ਪ੍ਰੀਤ ਨਹੀਂ, ਰਸ ਨਹੀਂ ਲਿਆ, ਜਿਹਦਾ ਰੱਬੀ ਹੁਕਮ ਨਾਲ ਪਿਆਰ ਨਹੀਂ ਪਿਆ, ਐਸਾ ਮਨੁੱਖ ਜ਼ਬਾਨ ਦੇ ਨਾਲ ਫਿੱਕੇ ਬੋਲ ਬੋਲੇਗਾ। ਫਿੱਕੇ ਬੋਲ ਬੋਲਣ ਦਾ ਮਤਲਬ ਹੰਕਾਰ ਵਾਲੇ ਬੋਲ ਬੋਲੇਗਾ, ਬੇਰਸੇ ਬੋਲ ਬੋਲੇਗਾ, ਈਰਖਾ ਦਵੇਸ਼ ਵਾਲੇ, ਜਿਨ੍ਹਾਂ ਦੇ ਨਾਲ ਜੀਵਨ ਦੇ ਅੰਦਰ ਦੁਖਾਂਤ ਵਾਪਰਨਗੇ, ਦੁੱਖ ਪੈਦਾ ਹੋਣਗੇ, ਐਸੇ ਬੋਲ ਬੋਲੇਗਾ, ਤੇ ਐਸੇ ਬੋਲ ਬੋਲਣ ਦੇ ਨਾਲ ਨਿਤ ਹੀ ਖੁਆਰ ਹੋਏਗਾ। ਇਸ ਲਈ ਸਾਨੂੰ ਹਰ ਇਨਸਾਨ ਨੂੰ ਆਪਣੇ ਬੋਲਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ, ਖਾਸ ਧਿਆਨ, ਕਿ ਜੋ ਮੈਂ ਬੋਲ ਰਿਹਾ ਹਾਂ, ਇਹਨਾਂ ਬੋਲਾਂ ਦਾ ਬੇਸ ਕੀ ਹੈ,
ਇਹਨਾਂ ਬੋਲਾਂ ਦਾ ਦੂਜਿਆਂ ਉੱਤੇ ਅਸਰ ਕੀ ਪਏਗਾ, ਦੂਜੇ ਮੇਰੇ ਬਾਰੇ ਕੀ ਸੋਚਣਗੇ, ਮੇਰੇ ਆਪਣੇ ਉੱਤੇ ਇਹਨਾਂ ਬੋਲਾਂ ਦਾ ਕੀ ਅਸਰ ਪਏਗਾ। ਇਸ ਲਈ ਗੁਰੂ ਜੀ ਸਾਨੂੰ ਬਾਰ-ਬਾਰ ਉਪਦੇਸ਼ ਦਿੰਦੇ ਹੋਏ ਕਹਿੰਦੇ ਨੇ, ਇੱਕ ਫਿੱਕਾ ਨਾ ਗਾ ਲਾਏ, ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਕਹਿ ਠਾਹੇ, ਮਾਨਕ ਸਭ ਅਮੁੱਲਵੇ। ਕਿ ਸਾਰੇ ਮਾਨਕ ਬੜੇ ਅਮੁੱਲਕ ਨੇ, ਬੜੇ ਕੀਮਤੀ ਨੇ, ਹਰ ਇਨਸਾਨ ਬੜਾ ਕੀਮਤੀ ਹੈ। ਕਿਸੇ ਦਾ ਦਿਲ ਨਾ ਤੋੜੋ, ਬੋਲ ਐਸੇ ਨਾ ਬੋਲੋ ਜਿਨ੍ਹਾਂ ਬੋਲਾਂ ਦੇ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੇ, ਕਿਸੇ ਨੂੰ ਦੁੱਖ ਪਹੁੰਚੇ। ਹਾਂ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸੱਚ ਨਹੀਂ ਬੋਲਣਾ, ਸੱਚ ਬੋਲਣਾ ਹੈ ਬੜੇ ਪਿਆਰ ਦੇ ਨਾਲ, ਤਰੀਕੇ ਦੇ ਨਾਲ, ਸ਼ਬਦਾਵਲੀ ਚੰਗੀ ਹੋਵੇ। ਰਹੀਮ ਜੀ ਦਾ ਇੱਕ ਦੋਹਾ ਹੈ, ਐਸੀ ਵਾਣੀ ਬੋਲੀ ਹੈ, ਮਨ ਕਾ ਆਪਾ ਖੋਏ, ਔਰਨ ਹੂੰ ਸ਼ੀਤਲ ਕਰੇ, ਆਪੂ ਸ਼ੀਤਲ ਹੋਏ। ਮਨ ਦੀ ਈਗੋ ਹੰਕਾਰ ਨੂੰ ਗਵਾ ਕੇ ਐਸੇ ਨਿਮਰਤਾ ਭਰੇ ਮਿੱਠੇ ਪਿਆਰੇ ਬੋਲ ਬੋਲੋ, ਜਿਨ੍ਹਾਂ ਨਾਲ ਤੁਹਾਡੇ ਆਪਣੇ ਆਪ ਨੂੰ ਵੀ ਖੁਸ਼ੀ ਮਿਲੇ ਔਰ ਸੁਣਨ ਵਾਲੇ ਨੂੰ ਵੀ ਖੁਸ਼ੀ ਮਿਲੇ, ਸੁਣਨ ਵਾਲੇ ਦੇ ਮਨ ਦੇ ਅੰਦਰ ਵੀ ਸ਼ਾਂਤੀ ਵਰਤੇ। ਐਸੇ ਬੋਲ। ਪਰ ਗੁਰੂ ਜੀ ਕਹਿੰਦੇ ਨੇ, ਜਿਹਦਾ ਗੁਰੂ ਸ਼ਬਦ ਨਾਲ ਪਿਆਰ ਨਹੀਂ, ਰੱਬੀ ਰਜ਼ਾ ਨਾਲ ਪਿਆਰ ਨਹੀਂ, ਉਹ ਫਿੱਕੇ ਬੋਲ ਬੋਲਦਾ ਹੈ ਔਰ ਨਿਤ ਨਿਤ ਖੁਆਰ ਹੁੰਦਾ ਹੈ। ਨਾਨਕ ਕਿਰਤ ਪੈ ਕਮਾਵਣਾ, ਕੋਈ ਨਾ ਮੇਟਣ ਹਾਰ। ਕਿਰਤ ਪੈ ਦਾ ਮਤਲਬ ਪਈ ਹੋਈ ਕਿਰਤ ਅਨੁਸਾਰ। ਪਈ ਹੋਈ ਕਿਰਤ ਦਾ ਮਤਲਬ ਕਿ ਜੋ ਪਿੱਛੇ ਅਸੀਂ ਕਰਮ ਕੀਤੇ ਨੇ, ਜੋ ਸਾਡਾ ਸੁਭਾਅ ਬਣਿਆ ਹੈ। ਪਿੱਛੇ ਦਾ ਮਤਲਬ ਪਾਸਟ ਦੇ ਅੰਦਰ ਜੋ ਕੁਝ ਅਸੀਂ ਸੋਚਿਆ ਹੈ, ਜੋ ਕੁਝ ਅਸੀਂ ਬੋਲਿਆ ਹੈ, ਜੋ ਸਾਡੀ ਵਿਚਾਰਧਾਰਾ ਬਣੀ ਹੈ, ਉਹ ਸਾਡੇ ਅੰਦਰ ਲੇਖ ਲਿਖੇ ਗਏ ਨੇ, ਨਿਊਰਨਲ ਪੈਟਰਨ ਬਣ ਗਿਆ ਹੈ, ਸਾਡਾ ਸੁਭਾਅ ਬਣ ਗਿਆ ਹੈ। ਤੇ ਪਿਆ ਕਿਰਤ ਕਮਾਵਣਾ ਦਾ ਮਤਲਬ ਉਸੇ ਤਰ੍ਹਾਂ ਹੀ ਬੰਦਾ ਕੰਮ ਕਰੀ ਜਾਂਦਾ ਹੈ, ਜਿਹੋ ਜਿਹਾ ਕਿਸੇ ਦਾ ਸੁਭਾਅ ਬਣ ਜਾਂਦਾ ਹੈ। ਜੇ ਸੁਭਾਅ ਕਿਸੇ ਨੇ ਚੰਗਾ ਬਣਾ ਲਿਆ ਹੈ, ਨਿਮਰਤਾ ਵਾਲਾ, ਮਿਠਾਸ ਵਾਲਾ, ਤਾਂ ਉਹਦੇ ਸੁਭਾਅ ਵਿੱਚ ਇਹ ਚੀਜ਼ਾਂ ਨੇ ਸੁਭਾਅ ਚੋਂ ਪ੍ਰਗਟ ਹੋਈ ਜਾਂਦੀਆਂ ਨੇ। ਕਈ ਬੰਦਿਆਂ ਨੂੰ ਮੈਂ ਜਾਣਨਾ, ਵੀਰਾਂ ਭੈਣਾਂ ਨੂੰ, ਉਹਨਾਂ ਨਾਲ ਜਿਵੇਂ ਮਰਜ਼ੀ ਬੋਲ ਲਓ, ਪਰ ਉਹ ਆਪਣਾ ਪੇਸ਼ੈਂਸ ਬਣਾ ਕੇ ਰੱਖਦੇ ਨੇ। ਉਹਨਾਂ ਦੇ ਬੋਲ ਬੜੇ ਮਿੱਠੇ ਹੁੰਦੇ ਨੇ, ਉਹਨਾਂ ਅੰਦਰ ਸਹਿਨਸ਼ੀਲਤਾ ਹੁੰਦੀ ਹੈ, ਉਹ ਬੜੇ ਠਰੱਮੇ ਦੇ ਨਾਲ ਸੁਣਦੇ ਨੇ ਔਰ ਬੜੇ ਠਰੱਮੇ ਦੇ ਨਾਲ ਜਵਾਬ ਵੀ ਦਿੰਦੇ ਨੇ। ਉਸ ਮਾਹੌਲ ਨੂੰ ਬਿਲਕੁਲ ਨਹੀਂ ਵਿਗੜਨ ਦਿੰਦੇ। ਜੇ ਦੂਜੇ ਦੀ ਸਾਹਮਣੇ ਵਾਲੇ ਦੀ ਗਲਤੀ ਦਾ ਅਹਿਸਾਸ ਵੀ ਕਰਾਣਗੇ ਨਾ, ਤਾਂ ਬੜੇ ਪ੍ਰੇਮ ਦੇ ਨਾਲ ਕਰਾਣਗੇ। ਉਹ ਫਿਰ ਐਵੇਂ ਕਹਿਣਗੇ, ਵੀਰ ਜੀ ਇਹ ਨਾ ਇੱਥੇ ਇਹ ਪ੍ਰੋਬਲਮ ਸੀ ਤੇ ਮੈਂ ਇਹ ਕੰਮ ਇੰਜ ਕਰਦਾ ਵਾਂ, ਪਰ ਮੈਂ ਕਨਫਰਮ ਕਰਨਾ ਚਾਹੁੰਦਾ ਸੀ ਕਿਤੇ ਮੈਂ ਗਲਤ ਤੇ ਨਹੀਂ। ਤੇ ਬੰਦਾ ਫਿਰ ਆਪ ਸੋਚ ਕੇ ਕਹਿੰਦਾ, ਨਹੀਂ ਨਹੀਂ ਭਾਜੀ ਤੁਸੀਂ ਠੀਕ ਹੋ, ਮੈਂ ਗਲਤ। ਯਾਨੀ ਨਿਮਰਤਾ, ਪਿਆਰ, ਜਿਹੋ ਜਿਹਾ ਸੁਭਾਅ ਕਿਸੇ ਦਾ ਬਣ ਗਿਆ ਉਵੇਂ। ਤੇ ਕਈਆਂ ਦਾ ਸੁਭਾਅ ਹੁੰਦਾ ਹੈ ਉਖੜ ਕੁਹਾੜੀ ਵਰਗਾ। ਕੋਈ ਗੱਲ ਤੁਸੀਂ ਅੱਧੀ ਹਾਲੀ ਮੂੰਹ ਚੋਂ ਕੱਢੀ ਨਹੀਂ, ਉਹਨਾਂ ਨੇ ਕੁਹਾੜਾ ਤੁਹਾਡੇ ਸਿਰ 'ਚ ਠਾਂ ਮਾਰਨਾ ਹੈ। ਸੁਭਾਅ ਬਣ ਗਿਆ ਨਾ ਉਹਨਾਂ ਦਾ। ਸੁਭਾਅ ਜਿੰਨਾ ਮਰਜ਼ੀ ਨਿਮਰਤਾ ਨਾਲ ਬੋਲ ਲਓ, ਉਹਨਾਂ ਦੀ ਸੂਈ ਉੱਥੇ ਹੀ ਰਹਿਣੀ। ਇਹਨੂੰ ਕਹਿੰਦੇ ਨੇ ਕਿਰਤ ਪੈ ਕਮਾਵਣਾ। ਜਿਹੋ ਜਿਹਾ ਕਿਸੇ ਨੇ ਸੁਭਾਅ ਬਣਾ ਲਿਆ ਹੈ, ਉਵੇਂ ਬੰਦਾ ਕਰੀ ਜਾਂਦਾ ਹੈ। ਕੋਈ ਨਾ ਮੇਟਣਹਾਰ, ਉਹਦੇ ਸੁਭਾਅ ਨੂੰ ਕੋਈ ਨਹੀਂ ਮਿਟਾ ਸਕਦਾ, ਰੱਬੀ ਸਿਸਟਮ ਨੂੰ ਕੋਈ ਨਹੀਂ ਬਦਲ ਸਕਦਾ। ਤਾਂ ਕੋਈ ਨਾ ਮੇਟਣਹਾਰ ਦਾ ਮਤਲਬ ਐਸੇ ਸੰਸਕਾਰਾਂ ਨੂੰ ਕਿਸੇ ਕਰਮ ਕਾਂਡਾਂ ਨਾਲ ਨਹੀਂ ਮਿਟਾਇਆ ਜਾ ਸਕਦਾ, ਰੱਬੀ ਰਜ਼ਾ ਦੇ ਅੰਦਰ ਹੀ ਇਹਨਾਂ ਨੂੰ ਬਦਲਿਆ ਜਾ ਸਕਦਾ ਹੈ। ਪੌੜੀ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲੇ ਹਮਕੋ ਸ਼ਾਂਤ ਆਈ। ਸਤਿਪੁਰਖ ਦਾ ਮਤਲਬ ਸਦਪੁਰਸ਼, ਯਾਨੀ ਉੱਤਮ ਹਸਤੀ। ਸਤਿਪੁਰਖ ਦਾ ਮਤਲਬ ਉੱਤਮ ਹਸਤੀ। ਸਾਡਾ ਸਤਿਗੁਰੂ ਉੱਤਮ ਹਸਤੀ ਹੈ, ਧਨ ਹੈ, ਜਿਤ ਮਿਲੇ ਹਮਕੋ ਸ਼ਾਂਤ ਆਈ, ਕਿ ਜਿਸ ਨੂੰ ਮਿਲ ਕੇ ਸਾਨੂੰ ਸ਼ਾਂਤੀ ਆਈ ਹੈ। ਮੇਰਾ ਗੁਰੂ ਧਨ ਹੈ, ਮਹਾਨ ਹੈ, ਜਿਹਦੇ ਮਿਲਨ ਕਰਕੇ ਮੇਰੀ ਜ਼ਿੰਦਗੀ ਅੰਦਰ, ਮੇਰੇ ਮਨ ਦੇ ਅੰਦਰ ਸ਼ਾਂਤੀ ਆਈ ਹੈ। ਯਾਨੀ ਗੁਰੂ ਨੂੰ ਮਿਲ ਕੇ ਸ਼ਾਂਤੀ ਆ ਸਕਦੀ ਹੈ। ਜੇ ਅਸੀਂ ਆਪਣੀ ਸੋਚ ਨੂੰ ਗੁਰੂ ਦੀ ਸੋਚ ਵਿੱਚ ਮਿਲਾ ਦਈਏ ਤਾਂ ਸਾਡੇ ਜੀਵਨ ਅੰਦਰ ਸ਼ਾਂਤੀ ਆ ਸਕਦੀ ਹੈ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲੇ ਹਮ ਹਰ ਭਗਤ ਪਾਈ। ਸਾਡਾ ਗੁਰੂ ਧੰਨ ਹੈ, ਮਹਾਨ ਹੈ, ਜਿਹਦੇ ਮਿਲਨ ਕਰਕੇ ਸਾਨੂੰ ਪ੍ਰਭੂ ਦੀ ਭਗਤੀ ਲੱਭੀ ਹੈ, ਸਾਨੂੰ ਪ੍ਰਭੂ ਦੀ ਭਗਤੀ ਮਿਲੀ ਹੈ। ਭਾਵ ਕਿ ਪ੍ਰਭੂ ਦੀ ਭਗਤੀ ਦਾ
ਸਾਨੂੰ ਢੰਗ ਮਿਲਿਆ ਹੈ, ਸਾਨੂੰ ਤਰੀਕਾ ਮਿਲਿਆ ਹੈ, ਪ੍ਰਭੂ ਦੀ ਭਗਤੀ ਦੀ ਸਾਨੂੰ ਸੂਝ ਮਿਲੀ ਹੈ ਕਿ ਪ੍ਰਭੂ ਦੀ ਭਗਤੀ ਹੈ ਕੀ। ਯਾਨੀ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੀ ਪ੍ਰਭੂ ਦੀ ਭਗਤੀ ਹੈ। ਧੰਨ ਹੈ ਗੁਰੂ ਜਿਸ ਕਰਕੇ ਸਾਨੂੰ ਇਸ ਭਗਤੀ ਦੀ ਸੂਝ ਮਿਲੀ ਹੈ। ਭਗਤ ਪਾਈ ਦਾ ਮਤਲਬ ਭਗਤੀ ਦੀ ਸੂਝ ਮਿਲੀ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ। ਗੁਰੂ ਜੀ ਕਹਿੰਦੇ ਨੇ ਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਹੈ, ਜਿਸ ਦੀ ਸੇਵਾ ਕਰਕੇ ਅਸੀਂ ਹਰੀ ਦੇ ਹੁਕਮ ਦੇ ਅੰਦਰ ਆਪਣੀ ਲਗਨ ਲਾਈ ਹੈ। ਨਾਮ ਦਾ ਮਤਲਬ ਹੁਕਮ, ਲਿਵ ਦਾ ਮਤਲਬ ਬਿਰਤੀ ਯਾਨੀ ਲਿਵ यानी लगन, जिसकी सेवा ते हम हर नाम लिव लाई। नाम विच हुक्म विच लगन लगाई है कि मेरी लगन बन गई है कि मैं रब्बी रजा दे विच तुरना है। लिव दा मतलब समाधि नहीं है, लिव दा मतलब लगन, सच्ची लगन, हर वक्त दी लगन कि मैं रब्बी रजा दे अंदर तुरना है। धन है मेरा गुरु, धन है मेरा गुरु जिस दी सेवा करके, जिहदी शरण विच आके मेरी लगन हरी दे हुक्म दे अंदर तुरन वाली बन गई। धन धन हर ज्ञानी सतगुरु हमारा, जिन वैरी मित्र हमको सब समदृष्ट दिखाई। समदृष्ट का मतलब एक नजर दे नाल वेखना सारियां नूं। जिस नजरिए नाल मैं अपने बच्चों नूं वेखना, उसे नजरिए नाल तुहाडे बच्चों नूं वेखां। जो नजरिया मेरा अपने वास्ते है सुख शांति आनंद खेड़े प्रसन्नता वाला, ਉਹੀ ਨਜ਼ਰੀਆ ਮੇਰਾ ਤੁਹਾਡੇ ਵਾਸਤੇ ਵੀ ਹੋਵੇ ਕਿ ਤੁਹਾਨੂੰ ਵੀ ਸੁਖ ਸ਼ਾਂਤੀ ਆਨੰਦ ਖੇੜਾ ਚਾਹੀਦਾ ਹੈ। ਸਾਰਿਆਂ ਨੂੰ ਇੱਕ ਪਿਆਰ ਭਰੀ ਨਜ਼ਰ ਦੇ ਨਾਲ ਤੱਕਣਾ। ਤਾਂ ਗੁਰੂ ਜੀ ਕਹਿੰਦੇ ਨੇ ਧੰਨ ਹੈ ਹਰੀ ਦੇ ਗਿਆਨ ਵਾਲਾ ਸਤਿਗੁਰੂ, ਜਿਨਨੇ ਵੈਰੀ ਕੀ ਤੇ ਸੱਜਣ ਕੀ ਸਭ ਵੱਲ ਸਾਨੂੰ ਏਕਤਾ ਦੀ ਨਜ਼ਰ ਨਾਲ ਵੇਖਣ ਦੀ ਜਾਚ ਸਿਖਾਈ ਹੈ। ਜਿਵੇਂ ਭਾਈ ਕਨਈਆ ਜੀ ਨੇ ਮੈਦਾਨੇ ਜੰਗ ਦੇ ਅੰਦਰ ਜਿੱਥੇ ਲੋਥਾਂ ਦੇ ਸਥਾਰ ਲੱਥੇ ਪਏ ਨੇ, ਜਿੱਥੇ ਤੀਰਾਂ ਦੇ ਨਾਲ ਇੱਕ ਦੂਜੇ ਨੂੰ ਫੁੰਡਿਆ ਜਾ ਰਿਹਾ ਹੈ, ਨੇਜਿਆਂ ਨਾਲ ਇੱਕ ਦੂਜੇ ਨੂੰ ਵਿੰਨਿਆ ਜਾ ਰਿਹਾ ਹੈ, ਲੇਕਿਨ ਗੁਰੂ ਨੇ ਹੁਕਮ ਦਿੱਤਾ ਹੈ ਨਾ ਜ਼ਖਮੀਆਂ ਨੂੰ ਪਾਣੀ ਪਿਲਾਣਾ, ਤਾਂ ਬਿਨਾਂ ਵਿਤਕਰੇ ਦੇ ਉਹ ਜ਼ਖਮੀਆਂ ਨੂੰ ਪਾਣੀ ਪਿਲਾ ਰਹੇ ਨੇ। ਤੇ ਜਦੋਂ ਕਿਸੇ ਨੇ ਸ਼ਿਕਾਇਤ ਕੀਤੀ ਤੇ ਵੈਰੀ ਫੌਜਾਂ ਨੂੰ ਪਾਣੀ ਪਿਆਈ ਜਾਂਦਾ। ਤੇ ਗੁਰੂ ਜੀ ਸਮਝਦੇ ਸਨ, ਲੇਕਿਨ ਉਹਨਾਂ ਦਾ ਸ਼ੰਕਾ ਦੂਰ ਕਰਨ ਲਈ ਬੁਲਾਇਆ ਤੇ ਪੁੱਛਿਆ, ਭਾਈ ਕਨਈਆ ਸ਼ਿਕਾਇਤ ਆਈ ਹੈ ਕਿ ਵੈਰੀਆਂ ਨੂੰ ਵੀ ਪਾਣੀ ਪਿਲਾ ਰਹੇ। ਕਹਿੰਦਾ ਗੁਰੂ ਜੀ ਨਹੀਂ, ਮੈਂ ਤਾਂ ਤੁਹਾਡੇ ਹੁਕਮ ਦੀ ਪਾਲਣਾ ਕਰ ਰਿਹਾ। ਤੁਸੀਂ ਕਿਹਾ ਸੀ ਜ਼ਖਮੀਆਂ ਨੂੰ ਪਾਣੀ ਪਿਲਾਣਾ, ਜ਼ਖਮੀਆਂ ਨੂੰ ਪਾਣੀ ਪਿਲਾ ਰਿਹਾ ਹੈ ਨਾ। ਰੈਡ ਕਰਾਸ ਸੁਸਾਇਟੀ ਦਾ ਜਨਮਦਾਤਾ ਸਿੱਖ, ਲੇਕਿਨ ਅਸੀਂ ਪ੍ਰਚਾਰ ਨਾ ਕਰਨ ਕਰਕੇ ਤੇ ਨਾਮ ਕਿਸੇ ਹੋਰ ਦੇ ਚਲੀ ਗਈ। ਤਾਂ ਗੁਰੂ ਪਾਤਸ਼ਾਹ ਜੀ ਧੰਤਾ ਯੋਗ ਨੇ, ਸ਼ਾਬਾਸ਼ ਐਸੇ ਗੁਰੂ ਨੇ, ਗੁਰੂ ਨੂੰ ਜਿਨਨੇ ਮੈਨੂੰ ਵੈਰੀ ਔਰ ਮਿੱਤਰ ਨੂੰ ਇੱਕ ਨਜ਼ਰ ਦੇ ਨਾਲ ਵੇਖਣਾ ਸਿਖਾਇਆ ਹੈ। ਮੈਂ ਵੈਰੀ ਦਾ ਵੀ ਬੁਰਾ ਨਾ ਕਰਾਂ। ਦੇਖੋ ਕਿੰਨੀ ਉੱਚੀ ਬਿਰਤੀ ਹੈ, ਕਿੰਨੀ ਉੱਚੀ ਸੋਚ ਹੈ। ਕਾਸ਼ ਐਸੀ ਸੋਚ ਹਰ ਇਨਸਾਨ ਦੇ ਅੰਦਰ ਪੈਦਾ ਹੋ ਸਕੇ ਤੇ ਇਸ ਦੁਨੀਆ ਚੋਂ ਵੈਰ ਭਾਵ ਹੀ ਖਤਮ ਹੋ ਜਾਏ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸੇ ਹਮਾਰੀ ਪ੍ਰੀਤ ਬਣਾਈ। ਗੁਰੂ ਜੀ ਕਹਿੰਦੇ ਨੇ ਸਾਡਾ ਸੱਜਣ ਸਤਿਗੁਰੂ ਧੰਨ ਹੈ, ਸਾਡਾ ਸਤਿਗੁਰੂ ਅਸਲ ਸਾਡਾ ਮਿੱਤਰ ਹੈ, ਜਿਨੇ ਹਰੀ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ। ਹਰੀ ਨਾਮ ਦਾ ਮਤਲਬ ਹਰੀ ਦਾ ਹੁਕਮ, ਰਜ਼ਾ ਦੇ ਅੰਦਰ ਤੁਰਨਾ, ਰੱਬ ਦੀ ਰਜ਼ਾ ਦੇ ਨਾਲ ਸਾਡੀ ਪ੍ਰੀਤ ਬਣਾ ਦਿੱਤੀ ਹੈ। ਰੱਬੀ ਹੁਕਮ ਦੇ ਅੰਦਰ ਤੁਰਨ ਦੀ ਸਾਡੀ ਜੀਵਨ ਦੀ ਜੁਗਤ ਬਣਾ ਦਿੱਤੀ ਹੈ। ਰੱਬੀ ਹੁਕਮ ਦੇ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ। ਅੰਦਰ ਪ੍ਰੀਤ ਪੈਦਾ ਹੋ ਗਈ ਹੈ ਰੱਬੀ ਰਜ਼ਾ ਦੇ ਨਾਲ, ਰੱਬੀ ਗੁਣਾਂ ਦੇ ਨਾਲ। ਮੇਰਾ ਐਸਾ ਸਤਿਗੁਰੂ ਧੰਨ ਹੈ, ਸ਼ਾਬਾਸ਼ ਐਸੇ ਸਤਿਗੁਰੂ ਨੂੰ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਇਸ ਐਂਗਲ ਤੋਂ ਪੜ੍ਹੀਏ, ਸੁਣੀਏ, ਸਮਝੀਏ, ਅਪਣਾਈਏ ਔਰ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਸਵਾਲ ਕਰ ਸਕਦੇ ਹੋ, ਤੇ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।